जोग बापरा क्या सराहै, तीन लोक परवेश। अजामल पिंगला लुबत कुंचर, गए हर की पास। ऐसे दुर्मत निस्तरे, तू क्यों न तरैं रवदास। अजामल पिंगला लुबत कुंचर, गए हर की पास। ऐसी दुर्मत निस्तरे, तू क्यों न तरैं रवदास। परम सन्मानयोग ਸਾਹਿਬ ਦੀ ਸਾਜੀ ਤੇ ਨਿਵਾਡੀ ਆਦਰੀ ਸਤਿਕਾਰਯੋਗ ਸਾਧ ਸੰਗਤ ਜੀ, ਤਨ ਭਾਗੀ ਹੋ ਜੁਗੂ ਜੁਗੀ ਅਟਾਲਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਘੀ ਗੋਦ ਦੇ ਅੰਦਰ ਉਦਾਸੀ ਡੇਰਾ ਸੰਤਵਾ ਟਹਿਲਦਾਸ ਜੀ ਲੁਧਿਆਣਾ ਵਿਖੇ ਸਤਿਗੁਰ ਦੀ ਨਿੱਘੀ ਗੋਦ ਦੇ ਅੰਦਰ ਵਿਰਾਜਮਾਨ ਸਾਹਿਬ ਦੀ ਸਾਜੀ ਤੇ ਨਿਵਾਡੀ ਆਦਰੀ ਸਤਿਕਾਰਯੋਗ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਸਤਿਕਾਰਯੋਗ ਸਾਧ ਸੰਗਤ ਦੀ ਧੰਨ ਭਾਗੀ ਹੋ ਸਵਾਸਾਂ ਰੂਪੀ ਪੂੰਦੀ ਨੂੰ ਕੀਮਤੀ ਬਣਾਉਂਦੇ ਹੋਏ ਸਾਧ ਸੰਗਤ ਦੀ ਸਾਹਿਬ ਦੀ ਚਰਨਾਂ ਵਿੱਚ ਪਾਪ ਸੁਹਾਵਾ ਧੋਤਰ ਦਿਲ ਦੇ ਸੀ ਸੁਹਾਵਾ ਚਰਣੀ। ਕਦਮ ਕਦਮ ਸਤਿਗੁਰ ਦੀ ਯਾਦ ਅੰਦਰ ਚੱਲੇ ਹੋ। ਪਾਪ ਸੁਹਾਵਾ ਧੋਤਰ ਦਿਲ ਦੇ ਸੀ ਸੁਹਾਵਾ ਚਰਣੀ। ਸਤਿਗੁਰ ਦੀ ਚਰਨਾਂ ਵਿੱਚ ਨਮਸਕਾਰ ਕਰਕੇ ਮੁੱਖ ਸੁਹਾਵਾ ਜਦ ਤੋ ਜਸ ਗਾਵੈ, ਜੀਵਾਂ ਨਾਲ ਪਰਮੇਸ਼ਰ ਦਾ ਜਸ ਕਰਦੇ ਹੋਏ ਪਰਮੇਸ਼ਰ ਦੀ ਆਸ਼ੀਰਵਾਦ ਪ੍ਰਾਪਤ ਕਰ ਰਹੇ ਹੋ। ਮੁੱਖ ਸੁਹਾਵਾ ਜਦ ਤੋ ਜਸ ਗਾਵੈ, ਜੀਵ ਪਿਆ ਤੋ ਸਰਣੀ ਅੰਦਰ ਆਤਮਾ ਤੋਂ ਹਿਰਦੇ ਤੋਂ। सतगुरु की चरणों में एक मन चित्त हो करके प्रभु की उस्तत करो प्रभु की उस्तत करो संत मीत, सावधान एकाग्र चीत। सतगुरु के चरणों में आशीर्वाद प्राप्त कर रहे हो, परमेश्वर कृपा करो, सावधान एकाग्र चित्त हो जाए तो तेरे चरणों में लिभ लग जाए। उपराला कर रहे सतगुरु कृपा करन, चरणों की प्रीत ਤੇ ਮਨ ਨੂੰ ਇਕਾਗਰਤਾ ਬਖਸ਼ ਕਰਨ। ਗੱਡ ਕੀ ਆਖੋ ਜੀ ਸਤਨਾਮ ਸਾਹਿਬ। ਸਤਿਗੁਰੂ ਦਾਸ ਮਹਾਰਾਜ ਜੀ ਜਗ ਜਲੰਦੇ ਨੂੰ ਤਾਰਦੇ ਨੇ ਤੇ ਸਾਧ ਸੰਗਤ ਦੀ ਪਾਤਸ਼ਾਹ ਦੀ ਬਚਨ ਹਨ, ਸਾਧ ਸੰਗਤ ਬਿਨ ਭਉ ਨਹੀਂ ਉਪਜੈ, ਭਾਵਨ ਭਗਤ ਨਾ ਹੋਏ ਤੇਰੀ। ਸਤਿਆਰ ਪੁਰਸ਼ਾਂ ਦੀ ਸੰਗਤ ਕੀਤਿਆਂ ਤੋਂ ਬਿਨਾਂ ਭਾਉ ਹਿਰਦੇ ਦੇ ਅੰਦਰ ਭਾਵਨਾ प्यार प्रेम उत्पन्न नहीं होता। भावन भगत ना होए तेरी, भावना तो बिना प्रभु भगती भी नहीं हो सकती। सतगुरु गुरु रविदास पातशाह जिन्हां दी बचन हन, माधु सत संगत शरण तुम्हारी, हम अवगण तुम उपकारी। हे परम पिता परमेश्वर, असीं तां अवगणहारी सां, अवगणां दे भरे होए सां। किरपा कीती है, सचियार पुरषां की संगत बख्श दी तो साडी अवगुण कट देने ते गुणां दा प्रवेश कर दिता। जिमें चंदन की नज़दीक अरिंड, चंदन की सुगंधी भरी हवा अरिंड नूं लगदी है तो अरिंड की दुर्गंधी खत्म कर देंदी है, तो एक दिन सुगंधी भरदी। इस तरह परमेश्वर तो साडे अवगुणां नूं कट के विकारां नूं मार के ते गुणां दी मेरामत कीती। इस नूं साहिब आखदे ने, अष्ट दसा सब के अष्ट दसा सिद्ध कर तले सब किरपा। हे परम पिता परमेश्वर, ये परमात्मा तेरी किरपा। तो अज सतगुरु की चरणा नर बेअंत संगतां जुड़ियां ने, साध संगत की राज घराड़े गुरु के लाड़लियां संगतां अज साहिब के चरणों में बेनती करते हैं, जग्यासू जन सतगुरु जी किरपा करो। परम पिता परमेश्वर जिन्हां दी बंदगी प्रेमा भगती तुसीं प्राप्त की, तो अज संसार मनदा है कि इस जगत के उत्ते रब का स्वरूप
ਧੰਨ ਸਤਿਗੁਰੂ ਦਾਸ ਜੀ ਪ੍ਰਗਟ ਹੋਏ। ਤੇ ਕਿਰਪਾ ਕਰੋ ਐਸੀ ਅਵਸਥਾ ਜਿਨ੍ਹਾਂ ਦੀ ਪਰਛਾਵੇਂ ਤੋਂ ਭੇਟ ਆਉਂਦੀ ਸੀ, ਅੱਜ ਤੁਹਾਡੇ ਚਰਨਾਂ ਬੜੇ ਬੜੇ ਗੁਣੀ ਗਿਆਨੀ ਵਿਦਵਾਨ ਸੂਰਵੀਰ ਯੋਧੇ ਰਾਜੇ ਮਹਾਬਲੀ ਸੂਰਮੇ ਆ ਕੇ ਡੰਡੌਤਾਂ ਕਰਦੇ ਨੇ ਤੇ ਤੁਹਾਡੇ ਚਰਨਾਂ ਵਿੱਚੋਂ ਅੰਮ੍ਰਿਤ ਦੀਆਂ ਦਾਤਾਂ ਪ੍ਰਾਪਤ ਕਰਦੇ ਨੇ ਤੇ ਜੀਵਨ ਨੂੰ ਸਫਲਿਆ ਕਰਦੇ ਨੇ, ਜੀਵਨ ਦਾ ਬੋਧ ਪ੍ਰਾਪਤ ਕਰਦੇ ਨੇ। ਜੀਵਨ ਦੀ ਗੁੱਝੇ ਭਾਗੋੜ ਕਥਾ ਏ ਗੁਰ ਤੇ ਜਾਣੀ ਗੁੱਝੇ ਭੇਦ ਤੁਸੀਂ ਉਹਨਾਂ ਨੂੰ ਬਖਸ਼ ਦਿੰਦੇ ਹੋ। ਤੇ ਸਾਧ ਸੰਗਤ ਜੀ, ਐਸੀ ਅਵਸਥਾ, ਐਸੀ ਮਿਹਰਾਮਤ ਪਰਮੇਸ਼ਰ ਨੇ ਕੀਤੀ। ਕਿਰਪਾ ਕਰੋ ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦੀ ਭਗਤੀ ਦੀ ਵਿਸ਼ੇਸ਼ਤਾ ਇਤਨੀ ਕੀ ਵਿਸ਼ੇਸ਼ਤਾ ਹੈ, ਕਿਉਂ ਹੈ? ਕਿਰਪਾ ਕਰੋ। ਤੇ ਸਾਧ ਸੰਗਤ ਜੀ, ਪਰਮੇਸ਼ਰ ਦੀ ਪਿਆਰਿਆਂ ਦੀ ਵਿਸ਼ੇਸ਼ਤਾ ਪਰਮੇਸ਼ਰ ਕਰਕੇ ਹੈ ਤੇ ਪਰਮੇਸ਼ਰ ਦੀ ਵਿਸ਼ੇਸ਼ਤਾ ਪਰਮੇਸ਼ਰ ਦੇ ਪਿਆਰਿਆਂ ਕਰਕੇ ਹੈ ਤੇ ਪਰਮੇਸ਼ਰ ਕਰਕੇ ਪਰਮੇਸ਼ਰ ਦੀ ਪਿਆਰਿਆਂ ਦੀ ਵਿਸ਼ੇਸ਼ਤਾ ਹੈ। ਇਸ ਲਈ ਸਾਹਿਬ ਆਖਦੇ ਨੇ ਪ੍ਰਭ ਤੇ ਜਨ ਜਨੀਟੈ, ਪਰਮ ਪਿਤਾ ਪਰਮੇਸ਼ਰ ਦੀ ਮਿਹਰ ਸਦਕਾ ਹੀ ਜਿਨ੍ਹਾਂ ਤੇ ਮਿਹਰ ਹੁੰਦੀ ਹੈ ਸੇਵਕ ਜਗਿਆਸੂ ਪਹਿਚਾਣੇ ਜਾਂਦੇ। ਪ੍ਰਭ ਤੇ ਜਨ ਜਨੀਜੀ, ਜਨ ਜਾਣੇ ਜਾਂਦੇ ਨੇ, ਸੇਵਕ ਪਹਿਚਾਣੇ ਜਾਂਦੇ ਨੇ। ਜਨ ਤੇ ਸੁਆਮੀ, ਉਹ ਸੇਵਕ ਜਿਹੜੇ ਉੱਤਮ ਮਤ ਪ੍ਰਾਪਤ ਕਰ ਲੈਂਦੇ ਨੇ ਤੇ ਉਹ ਫਿਰ ਪਰਮ ਪਿਤਾ ਪਰਮੇਸ਼ਰ ਦੀ ਪਹਿਚਾਣ ਪ੍ਰਮਾਣ ਦਾ ਸਬੂਤ ਬਣ ਜਾਂਦੇ ਨੇ। ਤੇ ਸਾਸਨੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਹਨ ਜਿਨ੍ਹਾਂ ਦੀ ਉੱਤੇ ਪਰਮ ਪਿਤਾ ਪਰਮੇਸ਼ਰ ਦੀ ਮਿਹਰਾਮਤ ਹੈ। ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ ਏਕ ਸਬਿਨ ਦੂਜਾ ਨਹੀਂ ਕੋਏ, ਉਹਨਾਂ ਨੂੰ ਘਟ ਘਟ ਮੈਂ ਹਰਜੂ ਸੰਤਨ ਕਹਿੂ ਪੁਕਾਰ। ਉਹਨਾਂ ਤੇ ਪੁਕਾਰ ਪੁਕਾਰ ਕੇ ਕਹਿ ਦਿੱਤਾ ਏ ਹਰ ਘਟ ਘਟ ਦੇ ਅੰਦਰ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਵਿਰਾਜਮਾਨ ਹੈ। ਕਹੋ ਨਾਨਕ ਭਜ ਹਰਮਨਾ ਭਉ ਨਿਧ ਉਤਰੈ ਪਾਰ। ਇਸ ਸੰਸਾਰ ਭਾਵਨਾਵਾਂ ਦੀ ਸਮੁੰਦਰ ਦੇ ਵਿੱਚੋਂ ਤੂੰ ਭਾਵਨਾ ਸਹਿਤ ਹੀ ਭਾਵਨਾ ਰੱਖ ਕੇ ਹੀ ਤਰ ਸਕਦਾ, ਜੀਵਨ ਦੀਆਂ ਖੁਸ਼ੀਆਂ ਲੈ ਸਕਦਾ। ਤੇ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵਿਸ਼ੇਸ਼ਤਾ ਦੱਸਦੇ ਹੋਏ ਪ੍ਰਭੂ ਪਿਆਰਿਆਂ ਦੀ ਨਾਮ ਦੀ ਮਹਿਮਾ, ਪਰਮੇਸ਼ਰ ਦੀ ਸਿਮਰਨ ਦੀ ਮਹਿਮਾ ਪਾਤਸ਼ਾਹ ਬਚਨ ਕਰਦੇ ਨੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਣੈ। ਜਿਨ੍ਹਾਂ ਜਗਿਆਸੂ ਸਤਸੰਗ ਗੁਰਮੁਖ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਪਰਮ ਪਿਤਾ ਪਰਮੇਸ਼ਰ ਦਾ ਸ਼ਬਦ ਸਤਿਗੁਰ ਦਾ ਉਪਦੇਸ਼ ਮੰਤਰੰ ਰਾਮ ਰਾਮ ਨਾਮ ਧਿਆਨੰ ਸਰਵਤਰ ਪੂਰਣੈ, ਉਹਨਾਂ ਦੇ ਧਿਆਨ ਵਿੱਚ ਸਭਨਾਂ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਗਿਆਨੰ ਸਮ ਦੁੱਖ ਸੁਖੰ, ਗਿਆਨ ਉਹਨਾਂ ਨੂੰ ਹੋ ਗਿਆ ਏ ਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰਾਂ ਜਾਏ ਮਨੁੱਖ। ਇਹ ਮਨੁੱਖ ਦੇ ਦੋ ਕੱਪੜੇ ਨੇ ਪਹਿਨਣੇ ਨੇ ਤੇ ਸਰੀਰ ਦੇ ਪੰਜ ਤੱਤ ਨੇ, ਇੱਕ ਤੱਤ ਦੀ ਬਾਅਦ ਘੱਟ ਹੋ ਜਾਏ ਤੇ ਦੁੱਖ ਹੋ ਜਾਂਦੇ ਨੇ। ਇਸ ਲਈ ਦੁੱਖ ਸੁੱਖ ਗਿਆਨੰ ਦੁੱਖ ਸੁਖੰ ਅੱਗੇ ਪਾਤਸ਼ਾਹ ਬਚਨ ਕਰਦੇ ਨੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਣੇ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣੇ। ਪਵਿੱਤਰ ਉਹਨਾਂ ਦੀ ਪਵਿੱਤਰਤਾ ਕੀ, ਉਹ ਕਿਸੇ ਨਾਲ ਬੈਰ ਨਹੀਂ ਕਰਦੇ। ਦਿਆਲੰ ਸਰਵਤਰ ਜੀਆਂ ਪੰਜ ਦੁਖ ਵਿਵਰਜਤੇ, ਉਹ ਹਰ ਜੀਵ ਤੇ ਦਇਆ ਕਰਦੇ ਨੇ, ਕਦੇ ਉਹਨਾਂ ਦੇ ਹਿਰਦੇ ਦੇ ਅੰਦਰ ਕ੍ਰੋਧ ਨਹੀਂ ਆਉਂਦਾ। ਉੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਮਿੱਠ ਬੁੱਲ ਡਾਢੀ ਹਰ ਸੱਜਣ ਸੁਆਮੀ ਮੂਰਾ ਹਉ ਸੰਭਲ ਥੱਕੀ ਦੀ ਉਹ ਕਦੇ ਨਾ ਬੁੱਲੈ ਕੌੜਾ। ਕੌੜਾ ਬੂਲ ਨ ਜਾਣੈ ਪੂਰਨ ਭਗਵਾਨੈ ਔਗਣ ਤੂੰ ਨਾ ਚਿਤਾਰੈ। ਪਤਿਤ ਪਾਵਨ ਹਰ ਬਿਰਧ ਸਦਾਈ ਇੱਕ ਤਿਲੇ ਭੰਨੈ ਕਲ। ਉਹ ਪਰਮ ਪਿਤਾ ਪਰਮੇਸ਼ਰ ਪਤਿਤ ਪਾਵਨ ਹੈ, ਕਿਸੇ ਦਾ ਮਿਹਨਤ ਕੀਤੀ ਇੱਕ ਤਲ ਵੀ ਗਵਾਉਂਦਾ ਨਹੀਂ, ਰੱਖਦਾ ਨਹੀਂ। ਬਸ਼ਰਤੇ ਭਾਵੇਂ ਅੱਜ ਕਰੋਨਾ ਮਹਾਂਮਾਰੀ ਫੈਲੀ ਫਿਰ ਵੀ ਅੱਜ ਮਜ਼ਦੂਰ ਦੀ ਜਿਹੜੀ ਮਿਹਨਤ ਹੈ ਉਹ ਕਿਸੇ ਬਿਰਲੇ ਨੇ ਦਿੱਤੀ ਹੀ ਨਹੀਂ ਤੇ ਅੱਧੇ ਦੱਬ ਕੇ ਬੈਠੇ ਨੇ ਗੱਡ ਕੇ ਆਖੂ ਸਤਨਾਮ। ਇਸ ਲਈ ਸਹਿਬ ਬਚਨ ਕਰਦੇ ਨੇ ਮੰਤਰੰ ਰਾਮ ਰਾਮ ਨਾਮ ਧਿਆਨ ਸਰਵਤਰ ਪੂਰਣੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੈ। ਦਿਆਲੰ ਸਰਵਤਰ ਦੀਆਂ ਪੰਜ ਦੁਖ ਵਿਵਰਜਤੀ, ਸਾਰਵਰਾਂ ਜੀਆਂ ਤੇ ਦਇਆ ਕਰਦੇ ਨੇ ਤੇ ਪੰਜਾਂ ਬੇਕਾਰਾਂ ਤੋਂ ਭਾਵ ਬਚ ਜਾਂਦੇ ਨੇ। ਪੰਜ ਬੇਕਾਰ ਉਹਨਾਂ ਦੇ ਨੇੜੇ ਨਹੀਂ ਟੱਪਦੇ, ਪੰਜ ਬੇਕਾਰਾਂ ਦੇ ਕਾਬੂ ਪਾ ਲੈਂਦੇ। ਅੱਗੇ ਪਾਤਸ਼ਾਹ ਬਚਨ ਕਰਦੇ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੀ।
ਸਾਧ ਸੰਗ ਨਾਨਕ ਬੁੱਧ ਪਾਈ। ਹਰ ਕੀਰਤਨ परमेश्वर की महिमा, परमेश्वर का ब्रह्म ज्ञानी का भोजन ज्ञान, ब्रह्म ज्ञानी को खोजा महेश्वर ब्रह्म नानक ब्रह्म ज्ञानी आप। ऐसे ब्रह्म ज्ञानियों तो रब लभदा। इसलिए पातशाह वचन करते हैं, दयालंग सर्वत्र दियाँ पंच दुख विवर्जती, भोजन गोपाल कीर्तन अलप माया जल कमल रहती। जिदा पानी का कमल रहिंदा है इवें संसार के अंदर रहिंदे नरले पैंदे। उपदेश साम मित्र छत्र भगवंत भगत भावनी। परमेश्वर की बंदगी भाव उन्हों की भावना उन्होंने इहो ही परमेश्वर की सेवा है जिन्होंने पातशाह कहते हैं, कबीर सुवा सेवा कुदू भले एक संत एक राम, राम जुदा ता मुक्त को संत जपावै नाम। केवल परमेश्वर के चरणों नाल जोड़ना है, दुनिया की कर्म कांडां तो हटा करके विकारां तो बचा करके परमेश्वर के चरणों का ज्ञान देना। उपदेश साम मित्र छत्र भगवंत भगत भावने। यह उन्हों की परमेश्वर की भगती आ, बंदगी आ, प्यार आ, प्रेम आ। तो अगे पातशाह वचन करते हैं, पर निंदा न स्वरूप। पराई निंदा कभी भी सुनते नहीं, पर निंदा न स्वरूप। सरवण आप त्याग आपा भाव त्यागे हर जीव की गल सुनते हैं, भाव चंगे वचन सुनते। आप त्याग सगल रेणुका सारियां दी चरणों की तोड़ होकर रहती। खट लखन पूर्ण पुरख नानक नाम साध सवजन है। धन गुरु अर्जन देव जी कहते हैं, ये 6 गुण पूर्ण साधुओं के विच होया करते हैं, इन्हां ते परमेश्वर की कृपा हो जाती। ये परमेश्वर की बंदगी की विशेषता है भी उन्होंने पुछण की लोड़ नहीं, परमेश्वर की कृपा प्रतख पता लग जाता है। नानक खट लखन पूर्ण पुरख, वो अज पूर्ण पुरख। खट लखन पूर्ण पुरख नानक नाम साध सवजने। उन्होंने फिर साधु कहते हैं, मेरे वर्गियां नहीं कहते, जिहड़े कहते कुछ हो रहा करते। इसलिए साध संगत जी सतगुरु दास महाराज वचन करते हैं, खट कर्म कुल संयुक्त है। तो मेरे वर्गा नाम संत लिखा रहा, नाम गुणी ज्ञानी लिखा लिया, ब्रह्म ज्ञानी लिखा लिया। तो साध संगत जी वो पत्थर कोई होर ही करता ही। उत्थे पातशाह कहते हैं, खट कर्म कुल संयुक्त है। उच्ची कुल में जन्म है, कहण नूं विद्वानां दे घर का जन्म है। तो 6 कर्म विद्या पढ़नी ती पढ़ाउणी, जग करना ते कराउणा, दान देना ते लैना। ये भी परपक्क है, करदा है। विद्या पढ़दा भी है, पढ़ाउंदा भी है, जग करदा भी है, कराउंदा भी है, ते दान दिंदा भी है, ते दान लैंदा भी। ये 6 कर्मां दे विच पक्का है। खट कर्म कुल संयुक्त है, उच्ची कुल दे विच जन्म है। हर भगत हिरदे नाही। पातशाह कहते हिरदे के अंदर परमेश्वर की भगती नहीं, सिमरन नहीं है। चरना रविंद न कथा पावै। परम पिता परमेश्वर की अगमी उपमा जिहड़ी हर के कथा कहानियां गुरमीत सुनाइयां वो फिर चंगियां नहीं लगदियां। कहता जो आ मैं ही हाँ। चरना रविंद न कथा भावै, सपुच तुल समान। वो तो पातशाह कहते कुत्तियां नूं मार के खाण वाली चंडाल के बराबर आ। वो कोई बहुता उच्चा नहीं है, जिहदे हिरदे के अंदर भावना नहीं, प्रेम नहीं, प्यार नहीं। खट कर्म कुल संयुक्त है, हर भगत हिरदे नाई। चरना रविंद न कथा भावै, सपुच तुल समान। रीत चित चीत चीत अचीत। यह भी समझ मना, अतीत चित चेत याद कर। जदों माता दी गर्भ के अंदर बसंदड़ू कुहत्थड़े थाई, सो धनी क्यों विसारे उधर जिसदा नाई। जिस नाम सिमरन सदका माता दी कुख दे विचों मनुख बन के जन्म ले लिया, उन्होंने क्यों भुल गया। जे सिमरन सदका ये जीवन मिलिया है, क्यों भुल गए। रीत चित चीत चीत अतीत, काही ना वाल्मीकियां दी। क्यों नहीं तू ध्यान मारदा इतिहास वाल। दुनिया की नज़रां दे अंदर जिन्हों सब तो नीच ऋषि वाल्मीकि जी आखदे सन कि सब तो छोटे ने, नीच ने। किस जात ती की पद अमरियो। दुनिया की नज़रां दे विच भावें नीच जात सी, पर किस जाति के पद अमरियो।
तेरी समझ नहीं पैंदी किहड़ी पदवी ਜਿਹੜੇ ਆਪਣੇ ਆਪ ਨੂੰ ਔਖੀ ਵੱਡੀ ਵੱਡੀ ਰਾਡੀ ਮਹਾਰਾਡੀ ਵਿਦਵਾਨ ਗੁਰੂ ਕੁਲ ਦੀ ਜਨਮ ਸਮਝਦੇ ਸਨ, ਵਿਦਵਾਨ ਪੰਡਤ ਸਮਝਦੇ ਸਨ, ਉਹ ਸਾਰੇ ਉਹਨਾਂ ਦੀ ਸ਼ਰਨ ਵਿੱਚ ਆ ਗਏ ਨੇ। ਉਹਨਾਂ ਤੋਂ ਉੱਤੀ ਪਦਵੀ ਅਮਰ ਪਦਵੀ ਅੱਜ ਤੱਕ ਦੁਨੀਆ 'ਤੇ ਅਮਰ ਪਦਵੀ ਪਰਮੇਸ਼ਰ ਦੀ ਚਰਨਾਂ ਦੀ ਅਭੇਦਤਾ, ਪਰਮੇਸ਼ਰ ਦਾ ਆਸ਼ੀਰਵਾਦ, ਕਿਸ ਜਾਤੀ ਕਿਹ ਪਦ ਅਮਰਿਉ ਕਿਹ ਪਦਵੀ ਅੱਜ ਬਿਰਾਜਮਾਨ ਹੈ। ਅਮਰਿਉ ਰਾਮ ਭਗਤ ਬਸੀ, ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਦੇ ਵਿਸ਼ੇਸ਼ਕ ਜਿਹੜੇ ਵਿਸ਼ੇਸ਼ ਹੁੰਦੇ ਨੇ, ਕਈ ਵਾਰੀ ਅਸੀਂ ਦੇਖਦੇ ਹਾਂ ਅੱਜ ਕਾਰਡ ਵਿਸ਼ੇਸ਼ ਮਹਿਮਾਨ, ਉਸੇ ਪਰਮੇਸ਼ਰ ਦੇ ਜਿਹੜੇ ਵਿਸ਼ੇਸ਼ ਪਿਆਰੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਅੱਜ ਨਾਮ ਦਰਜ ਹੈ, ਅਮਰ ਪਦਵੀ ਹੈ। ਜਨਮ ਮਰਨ ਤੋਂ ਮੈਂ ਨਾਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੀ ਭਗਤੀ ਲੈਣ ਹਰਸੂ ਲੈਣ ਮਲਾਈ। ਸਮੇਂ ਦਾ ਬਾਦਸ਼ਾਹ ਅਤੇ ਸਾਸਨ ਸਮੇਂ ਦੇ ਬਾਦਸ਼ਾਹ ਦੀ ਘਰ ਵਾਲੀ ਪਤਨੀ ਜਿਹਨੂੰ ਬਾਦਸ਼ਾਹ ਬਨਵਾਸ ਦੇ ਦਿੰਦਾ ਏ, ਅਤੇ ਸਾਧ ਸੰਗਤ ਜੀ ਕਿਸ ਜਾਤੀ ਕਿਸ ਪਦੈ ਅਮਰੂ ਰਾਮ ਭਗਤ ਬਸੇਖ ਤੋਂ ਆਪਣੇ ਆਸ਼ਰਮ ਵਿੱਚ ਸਥਾਨ ਹੀ ਨਹੀਂ ਦਿੰਦੇ। ਅਤੇ ਸਾਸਨ ਖੱਟ ਲਖਣ ਪੂਰਨ ਪੁਰਖ ਵਾਲੇ ਜੀਵਨ, ਸਭ ਤੋਂ ਉੱਚੀ ਸੁੱਚੀ ਸ਼ਾਸਤਰ ਵਿੱਦਿਆ, ਸ਼ਸਤਰ ਵਿੱਦਿਆ, ਗਿਆਨ ਧਿਆਨ ਭਰਪੂਰ ਮੇਰਾਂ ਦੀ ਰਹਿਮਤ, ਗਿਆਨ ਦਾ ਦੀਪਕ ਐਸਾ ਜਗਾਉਂਦੇ ਨੇ, ਅੱਜ ਦੁਨੀਆ 'ਤੇ ਮਿਸਾਲ ਹੈ। ਅਤੇ ਸਾਧ ਸੰਗਤ ਜੀ ਪਾਤਸ਼ਾਹ ਬਚਨ ਕਰਦੇ ਨੇ, ਕਿਸ ਜਾਤੀ ਕੇ ਪਦ ਅਮਰਿਉ, ਕਿਉਂ ਮਿਲੀਏ ਕਿ ਉਹਨਾਂ ਨੇ ਪਰਮੇਸ਼ਰ ਦੇ ਜਿਹੜੇ ਗੁਣ ਨੇ ਉਹ ਪ੍ਰਾਪਤ ਕਰ ਲੈ। ਉਹ ਪੂਰਨ ਪੁਰਖ ਸਾਧੂ ਦੇ ਰੂਪ ਅੰਦਰ ਅੱਜ ਦੁਨੀਆ 'ਤੇ ਅਮਰ ਪਦਵੀ 'ਤੇ ਬਿਰਾਜਮਾਨ ਹਨ। ਕਿਸ ਜਾਤੀ ਕੇ ਪਦ ਅਮਰਿਉ ਰਾਮ ਭਗਤ ਬਸੇ ਖਰਾਵ, ਸਵਾਨ ਛਤਰ ਆਜ਼ਾਤ ਸਭ ਤੇ। ਕਹਿੰਦੇ ਸਵਾਨ ਕੁੱਤਾ, ਸ਼ਤਰੂ ਕੁੱਤੇ ਦਾ ਦੁਸ਼ਮਣ, ਕੁੱਤੇ ਨੂੰ ਮਾਰ ਕੇ ਖਾ ਲੈਣ ਵਾਲਾ। ਸਵਾਨ ਛਤਰ ਆਜ਼ਾਦ, ਸਭ ਤੋਂ ਭੈੜਾ ਕਹਿੰਦੇ ਬੰਦਾ ਉਹ ਆ ਜਿਹੜਾ ਕੁੱਤਿਆਂ ਨੂੰ ਵੀ ਮਾਰ ਕੇ ਖਾ ਜਾਂਦਾ। ਸਵਾਨ ਛਤਰ ਆਜ਼ਾਦ ਸਭ ਤੇ, ਸਭ ਤੋਂ ਛੋਟੀ ਭੈੜਾ ਬੰਦਾ ਆਪਾਂ ਉਹਨੂੰ ਮੰਨਦੇ। ਅਤੇ ਪਾਤਸ਼ਾਹ ਕਹਿੰਦੇ ਨੇ ਕ੍ਰਿਸ਼ਨ ਲਾਵੈ ਹੀ, ਕਿਤੇ ਪਰਮੇਸ਼ਰ ਦੀ ਬੰਦਗੀ ਹਿਰਦੇ 'ਚ ਵਸ ਜਾਏ, ਉਹਨੂੰ ਵੀ ਰੱਬ ਆਪਣੇ ਚਰਨਾਂ ਵਿੱਚ ਸਨਮਾਨ ਦੇ ਦਿੰਦਾ ਹੈ, ਥਾਂ ਦੇ ਦਿੰਦਾ ਹੈ। ਗੱਢ ਕੇ ਆਖੋ ਸਤਨਾਮ। ਅਤੇ ਸਾਧ ਸੰਗਤ ਜੀ ਸਦਨਾ ਦੁਨੀਆ ਦੀ ਨਜ਼ਰਾਂ ਅੰਦਰ ਕਸਾਈ ਸੀ, ਅਤੇ ਸਾਸੀ ਪਾਤਸ਼ਾਹ ਦੇ ਬਚਨ ਹਨ, ਮੈਂ ਨਾਹੀ ਕਿਛ ਹਾਂ ਨਾਹੀ ਕਛ ਆਹੀ ਨਾ ਮੂਰਾ, ਅਵਸਰ ਲੱਜਾ ਰਾਖ ਲਿਉ ਸਦਨਾ ਜਨ ਤੂਰਾ। ਸਦਨਾ ਕਸਾਈ, ਪਰਮੇਸ਼ਰ ਕਹਿੰਦਾ ਮੈਂ ਤਾਂ ਮੈਂ ਕਸਾਈ, ਪਰ ਪਰਮੇਸ਼ਰ ਦੇ ਹੈ ਤਾਂ ਤੇਰਾ ਹੀ ਬੰਦਾ, ਕਿਰਪਾ ਕਰੀ ਹੁਣ ਮੇਰੀ ਲਾਜ ਰੱਖ ਲਈ, ਉਹਦੀ ਵੀ ਲਾਜ ਰੱਖੀ। ਇਸ ਲਈ ਸਾਹਿਬ ਆਖਦੇ ਸਵਾਨ ਛਤਰ ਆਜ਼ਾਦ ਸਭ ਤੇ, ਕ੍ਰਿਸ਼ਨ ਲਾਵੈ ਹੀ ਇਤਿਹਾਸ ਗਵਾਹੀ। ਕਹਿੰਦੇ ਜਦੋਂ ਪਾਂਡਵਾਂ ਨੇ ਜੱਗ ਕੀਤਾ ਨਾ, ਅਸਮੇਤ ਜੱਗ, ਅਤੇ ਸਾਸੀ ਸੰਪੂਰਨਤਾ ਵਾਸਤੇ ਸਾਰੇ ਸਾਧੂ ਮਹਾਂਪੁਰਖ ਬੁਲਾਏ, ਅਤੇ ਸਾਧੂਆਂ ਮਹਾਂਪੁਰਖਾਂ ਸੇਵਾ ਕਰਦੇ ਨੇ। ਸਮੇਂ ਦੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਦੁਆਪਰ ਕ੍ਰਿਸ਼ਨ ਮੁਰਾਰ, ਦੁਆਪਰ ਦੇ ਭਗਵਾਨ ਕ੍ਰਿਸ਼ਨ ਜੀ ਸਭ ਤੇ ਕ੍ਰਿਸ਼ਨ ਲਾਵਾ ਹੇਤ। ਕਹਿੰਦੇ ਉਹਨਾਂ ਨੇ ਮੰਗ ਕੇ ਸੇਵਾ ਲਈ ਵੀ ਜਿਹੜੇ ਸਾਧੂ ਹੋਣੇ ਨਾ ਜੱਗ ਦੇ ਅੰਦਰ, ਉਹਨਾਂ ਦੀ ਚਰਨਾਂ ਦੀ ਸੇਵਾ ਮੈਨੂੰ ਦੇ ਦਿਓ। ਗੱਡ ਕੇ ਆਖੂ ਸਤਨਾਮ ਸੀ। ਆਏਗਾ ਸਾਧੂਆਂ ਨੂੰ ਜੀ ਆਇਆਂ ਨੂੰ, ਉਹਨਾਂ ਦੀ ਆਓ ਭਗਤ ਪ੍ਰਸਾਦ ਛਕਾਉਣ ਦੀ ਸੇਵਾ ਲੈ ਲਈ, ਅਤੇ ਸਾਸਨ ਦੀ ਇਤਿਹਾਸ ਗਵਾਹੀ। ਸਾਹਿਬ ਸਤਿਗੁਰੂ ਦਸ ਮਹਾਰਾਜ ਪ੍ਰਮਾਣ ਦਿੰਦੇ ਨੇ ਕਿ ਜਦੋਂ ਜੱਗ ਸਾਰੇ ਸਾਧੂ ਮਹਾਂਪੁਰਸ਼ਾਂ ਨੇ ਲੰਗਰ ਛਕ ਲਿਆ, ਅਤੇ ਸਾਸਨ ਅਸਮੇਤ ਜੱਗ ਦੇ ਅੰਦਰ ਆਕਾਸ਼ ਦੇ ਵਿੱਚੋਂ ਪਰਮੇਸ਼ਰ ਦੀ ਰਹਿਮਤ ਦੀ ਆਕਾਸ਼ਬਾਣੀ ਧੁਨੀ ਗੂੰਜਦੀ, ਪਰ ਉਹ ਧੁਨੀ ਨਹੀਂ ਗੂੰਜਦੀ। ਗੱਡ ਕੇ ਆਖੂ ਸਤਨਾਮ ਸੀ। ਅਤੇ ਸਮੇਂ ਦਾ ਭਗਵਾਨ ਵਿੱਚ ਖੜਾ, ਅਤੇ ਮੇਰੇ ਵਰਗੀ ਜਿਨ੍ਹਾਂ ਨੇ ਕਦੀ ਨਹੀਂ ਰੱਬ ਦਾ ਨਾਂ ਲਿਆ, ਉਹ ਵੀ ਗੂੜੇ ਚੋਲੇ ਪਾ ਕੇ ਪਹੁੰਚ ਗਏ ਨੇ। ਅਤੇ ਸਾਧ ਸੰਗਤ ਜੀ ਜਦੋਂ ਘੰਟਾ ਨਹੀਂ ਵੱਜਿਆ ਨਾ, ਆਵਾਜ਼ ਨਹੀਂ ਆਈ, ਕਿ ਸਾਰੇ ਇੱਕ ਦੂਜੇ ਵੱਲ ਦੇਖਦੇ। ਅਤੇ ਭਗਵਾਨ ਕ੍ਰਿਸ਼ਨ ਜੀ ਸਾਧ ਸੰਗਤ ਜੀ ਇੱਕ ਨਾ ਮੱਤ ਖੁਦਾ ਦੀ, ਇੱਕ ਨਾ ਸੁਣ ਕੇ ਸਿੱਖ ਲਈ, ਲੋਕਾਂ ਆਪੂ ਆਪਣੀ ਮੈਂ ਆਪਣੀ ਪਈ। ਹੁਣ ਸਾਰੇ ਆਪਣੇ ਵੱਲ ਦੇਖਦੇ ਆ ਵੀ ਹੁਣ ਘੰਟਾ ਕਿੱਦਾਂ ਵੱਜੂ। ਅਤੇ ਭਗਵਾਨ ਕ੍ਰਿਸ਼ਨ ਜੀ ਸਾਧ ਸੰਗਤ ਜੀ
ਪਾਂਡਵਾਂ ਨੂੰ ਬੁਲਾਇਆ, ਕਹਿੰਦੇ ਖਿਆਲ ਕਰੋ ਇਲਾਕੇ ਦੇ ਅੰਦਰ ਸਾਰੇ ਸਾਧੂ ਮਹਾਂਪੁਰਸ਼ ਆ ਗਏ। ਕਹਿੰਦੇ ਹਾਂਜੀ ਆ ਗਏ। ਅਤੇ ਭਗਵਾਨ ਜੀ ਕਹਿੰਦੇ ਨਹੀਂ, ਜਿਹਨੂੰ ਦੁਨੀਆ ਦੇ ਅੰਦਰ ਤੁਸੀਂ ਨੀਚ ਸਮਝਦੇ ਹੋ, ਭਗਵਾਨ ਰਿਸ਼ੀ ਵਾਲਮੀਕ ਉਹ ਨਹੀਂ ਆਏ। ਕਹਿੰਦੇ ਜਾਓ ਉਹਨਾਂ ਨੂੰ ਲੈ ਕੇ ਆ। ਅਤੇ ਸਾਸੀ ਜਦੋਂ ਪਾਂਡਵ ਜਾਂਦੇ ਨੇ, ਸਾਸੀ ਉਹ ਵਚਨ ਕਰਦੇ ਨੇ, ਕਹਿੰਦੇ ਚਲੇ ਤਾਂ ਜਾਵਾਂਗੇ ਪਰ ਸਾਡੀ ਵੀ ਕੋਈ ਮਰਜ਼ਾਦਾ ਹੈ। ਅਸੀਂ ਜਦੋਂ ਜੱਗ ਵਿੱਚ ਜਾਂਦੇ ਨੇ ਇੱਕ ਕਦਮ ਦਾ ਅਸਮੇਤ ਜੱਗ ਦਾ ਫਲ ਅਸੀਂ ਲੈਂਦੇ। ਅਤੇ ਪਾਂਡਵ ਕਹਿੰਦੇ ਮਹਾਰਾਜ ਅਸੀਂ ਤਾਂ ਇੱਕ ਨਹੀਂ ਸੰਪੂਰਨ ਹੋ ਰਿਹਾ, ਸਾਡਾ ਘੰਟਣਾ ਹੀ ਵੱਜ ਰਿਹਾ, ਅਤੇ ਤੁਹਾਡੇ ਕਦਮ ਕਿੰਨੇ ਹੋਣੇ ਨੇ ਅਤੇ ਅਸੀਂ ਕਿੱਥੋਂ ਦੇ ਸਕਦੇ। ਵਾਪਸ ਆ ਗਏ। ਅਤੇ ਸਤਸੰਗ ਦੀ ਜਿਹਨੂੰ ਕਹਿੰਦੇ ਨੇ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁਖ ਉਜਲਾ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਐਵੇਂ ਨਹੀਂ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਿਖ ਦਿੱਤਾ ਪਾਰਵਤੀ ਮਾਈ, ਕੋਈ ਗੁਣ ਸੀ ਜਿਹਨੇ ਗੁਰੂ ਕੀ ਸੰਗਤ ਵਿੱਚੋਂ ਕੁਝ ਸਿੱਖਿਆ ਸੀ। ਅਤੇ ਸਾਰੇ ਜਦੋਂ ਆ ਗਿਆ ਨਾ ਪਾਂਡਵ, ਅਤੇ ਫਿਰ ਪਾਰਵਤੀ ਕਹਿੰਦੀ ਹੁਣ ਮੈਂ ਜਾਂਦੀ। ਸਾਸੀ ਨੰਗੇ ਪੈਰੀਂ ਆਪਣੇ ਸਤਿਗੁਰੂ ਨੂੰ ਯਾਦ ਕਰਦਿਆਂ ਕਦਮ ਕਦਮ ਪਾਪ ਸੁਹਾਵੈ ਤਉ ਤਰਜੁਲ ਸੀ ਸੁਹਾਵਾ ਚਰਣੀ, ਮੁੱਖ ਸੁਹਾਵਾ ਜਦ ਤਉ ਜਸ ਗਾਵੈ ਜੀਵ ਪਿਆ ਤਉ ਜਨ ਸਰਣੀ। ਅੰਦਰ ਆਤਮੇ ਤੋਂ ਬੇਨਤੀਆਂ ਕਰਦੀ ਜਾਂਦੀ ਹੈ, ਰੱਬ ਰੱਬ ਕਰਦੀ ਜਾਂਦੀ ਹੈ, ਸਤਨਾਮ ਵਾਹਿਗੁਰੂ ਜਪਦੀ ਜਾਂਦੀ ਹੈ। ਅਤੇ ਸਾਸੀ ਜਦੋਂ ਗਈ ਜਾ ਕੇ ਦੇਖਿਆ ਇਹ ਨਾਮ ਵਿੱਚ ਰੰਗੀ ਹੋਈ ਰੱਬੀ ਰੂਹ ਪਰਮੇਸ਼ਰ ਦਾ ਸਰੂਪ ਭਗਵਾਨ ਮਹਾਰਿਸ਼ੀ ਵਾਲਮੀਕ ਮਹਾਰਾਜ ਵਿਰਾਜਮਾਨ ਦੇ ਆਸਣ। ਡੰਡੌਤ ਵੰਦਨ ਕੀਤੀ ਉਹਨੂੰ। ਪਾਤਸ਼ਾਹ ਕਹਿੰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੀ, ਕਰ ਡੰਡੌਤ ਪੁੰਨ ਵੱਡਾ ਹੀ। ਲੰਮੇ ਪੈ ਕੇ ਡੰਡੌਤ ਕੀਤੀ। ਸਾਸੀ ਚਰਨਾਂ ਦੀ ਖਾਕ ਚਰਨ ਕਮਲ ਰੱਜ ਮਸਤਕ ਲੇਪਨ ਕੇ, ਭਰਮ ਕਰਮ ਲੇਖ ਸਿਆਮ ਤਬ। ਸਾਧੂ ਦੇ ਚਰਨਾਂ ਦੀ ਧੂੜ ਮਸਤਕ 'ਤੇ ਲੱਗ ਜਾਏ। ਸਾਸੀ ਚਰਨਾਂ ਦੀ ਖਾਕ ਜਦੋਂ ਚੱਕ ਕੇ ਲਈ ਨਾ ਮਸਤਕ ਨੂੰ, ਅਤੇ ਕਵਾੜ ਖੁੱਲ੍ਹ ਗਏ। ਭਰਮ ਕਰਮ ਲੇਖ ਸਿਆਮ ਤਬ। ਜਿਹੜੇ ਲੇਖ ਉਗੜੇ ਨਹੀਂ ਸੀ ਅੱਜ ਉਗੜ ਗਏ। ਸਤਸੰਗ ਦੀ ਮਹਾਂਪੁਰਸ਼ਾਂ ਨੇ ਆਸ਼ੀਰਵਾਦ, ਕਹਿੰਦੇ ਪੁੱਤਰੀ ਕਿਵੇਂ ਆਏ? ਕਹਿੰਦੇ ਮਹਾਂਪੁਰਸ਼ੋ ਮਹਾਂ ਅੱਜ ਅਸਮੇਤ ਜੱਗ ਕਰ ਰਹੇ ਹਾਂ, ਕਿਰਪਾ ਕਰੋ, ਭੁੱਲ ਹੋ ਗਈ, ਆਪ ਕਿਰਪਾ ਕਰੋ, ਸਾਨੂੰ ਭੁੱਲੇ ਨੂੰ ਰਾਹ ਪਾਓ, ਆਪ ਮਿਹਰਾਂ ਦਾ ਮੀਂਹ ਬਰਸਾਓ, ਅਤੇ ਆਪ ਹਾਜ਼ਰ ਹੋ ਕੇ ਸਾਡੇ ਗ੍ਰਹਿ ਨੂੰ ਭਾਗ ਲਾਓ, ਦਰਸ਼ਨ ਦੇ ਕੇ ਨਿਹਾਲ ਕਰੋ। ਅਤੇ ਸਤਸੰਗ ਦੀ ਵਚਨ ਕੀਤਾ। ਕਹਿੰਦੇ ਪੁੱਤਰੀ ਕਦਮ ਕਦਮ 'ਤੇ ਸਾਧੂਆਂ ਦੇ ਚਰਨਾਂ ਦੇ ਅੰਦਰ ਜਦੋਂ ਸਾਧੂ ਚੱਲਦੇ ਨੇ, ਇੱਕ ਅਸਮੇਤ ਦਾ ਜੱਗ ਦਾ ਫਲ ਦੇਣਾ ਪੈਂਦਾ ਹੈ। ਅਤੇ ਸਤਸੰਗ ਦੀ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਖੋਜਤ ਸੁਣੀ ਸੋਏ, ਸਾਧੂ ਸੰਗਤ ਬਿਨ ਤਰਿਆ ਨਾ ਕੋਈ ਸਾਧੂ। ਸੰਗਤ ਕਾ ਗੁਣ ਬਹੁਤ ਅਧਿਕਾਈ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜਸੂਆ ਗਨਕ ਉਤਾਰਿਆ। ਮਹਾਂਪੁਰਸ਼ੋ ਤੁਹਾਡੇ ਚਰਨਾਂ ਵਿੱਚੋਂ ਸੰਗਤ ਕਰਕੇ ਸੁਣਿਆ ਕਿ ਸਾਧੂ ਦੀ ਸੰਗਤ ਕੀਤੀ ਹੋਵੇ ਅਤੇ ਉਹਦੀ ਕੋਈ ਮਹਿਮਾ ਕਹੀ ਨਹੀਂ ਜਾ ਸਕਦੀ। ਜਦੋਂ ਸਾਧੂਆਂ ਦੇ 96 ਸੰਗਤ ਸੁਣ ਜਾਈਦਾ ਨਾ, ਇੱਕ ਇੱਕ ਕਦਮ ਦਾ 100 ਸਮੇਤ ਜੱਗ ਦਾ ਫਲ ਮਿਲਦਾ ਹੈ। ਇਹ ਮਹਾਂਪੁਰਸ਼ੋ ਤੁਹਾਡੇ ਵਰਗੀ ਚਰਨਾਂ ਦੀ ਮਹਾਂਪੁਰਸ਼ਾਂ ਵਿੱਚੋਂ ਸਿੱਖਿਆ ਹੈ। ਅਤੇ ਕੋਈ ਗੱਲ ਨਹੀਂ, ਮੈਂ ਤੁਹਾਡੇ ਕਦਮ ਵਿੱਚ ਚੱਲ ਕੇ ਇੱਕ ਕਦਮ ਦਾ 100 ਮੈਨੂੰ ਮਿਲੇ ਜਾਣਾ ਹੈ। ਅਤੇ ਜਿੰਨੇ ਕਦਮ ਤੁਹਾਨੂੰ, ਤੁਸੀਂ ਤਾਂ ਇੱਕੋ ਇੱਕ ਮੰਗਿਆ, ਕੋਈ ਵੱਡੀ ਗੱਲ ਨਹੀਂ। ਤੁਸੀਂ ਆਸ਼ੀਰਵਾਦ ਰੱਖੋ, ਸਤਿਗੁਰੂ ਪਰਮ ਪਿਤਾ ਪਰਮੇਸ਼ਰ ਮਿਹਰਾਂ ਕਰਨਗੇ, ਗੱਡ ਕੇ ਆਖੋ ਸਤਨਾਮ। ਅਤੇ ਸਤਿਸੰਗ ਭਗਵਾਨ ਗੁਰੂ ਬਾਲ ਜੀ ਨੂੰ ਕਹਿੰਦੇ ਨੇ ਗੁਰ ਸਤਿਗੁਰ ਕੀ ਜਿਸਨੋਂ ਮੱਤ ਆਵੇ, ਜਿਹਨੂੰ ਗੁਰੂ ਚਰਨ ਵਿੱਚੋਂ ਅਕਲ ਆ ਜਾਂਦੀ ਹੈ, ਸਮਝ ਆ ਜਾਂਦੀ ਹੈ ਨਾ, ਉਹ ਪਰਮੇਸ਼ਰ ਇਹ ਬੁੱਧ ਬਖਸ਼ ਦਿੰਦਾ ਹੈ। ਸਾ ਬੁੱਧ ਦੀਜਾ ਜਿਤ ਵਿਸਰੈ ਨਾਹੀ, ਸਾ ਮਤ ਦੀਜੇ ਜਿਤ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਅਕਲੀ ਸਾਹਿਬ ਸੇਵੀ, ਅਕਲੀ ਕੀਤੇ ਦਾਨ, ਅਕਲੀ ਪੜ੍ਹ ਕੇ ਬੁੱਢੀ, ਅਕਲੀ ਪਾਈਏ ਮਾਣ। ਹੁੰਦਾ ਤਾਂ ਬੜਾ ਕੁਝ ਕਿ ਪਤਾ ਹੀ ਸਮਝ ਕੇ ਸਮਝ ਬਣਦੀ ਹੈ, ਚੱਲ ਕੇ ਚੱਲਣਾ ਹੁੰਦਾ ਹੈ। ਅਤੇ ਸਤਸੰਗ ਦੀ ਅੱਜ ਜਦੋਂ ਭਗਵਾਨ ਰਿਸ਼ੀ ਵਾਲਮੀਕ ਮਹਾਰਾਜ ਪੁੱਜੇ ਨੇ, ਅਤੇ ਸਤਸੰਗ ਦੀ ਪ੍ਰਸਾਦ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਆਪ ਉਹਨਾਂ ਦੇ ਚਰਨ ਧੋਤੇ ਅਤੇ ਚਰਨਾਮਤ ਗ੍ਰਹਿਣ ਕੀਤੀ। ਸਭ ਤੇ ਕ੍ਰਿਸ਼ਨ ਲਾਵੈ ਹੇਤ, ਲੋਕ ਵਾਪਰਾ ਕਿਆ ਸਰਾਹੈ, ਤੀਨ ਲੋਕ ਪ੍ਰਵੇਸ਼। ਤਿੰਨਾਂ ਲੋਕਾਂ ਦੇ ਅੰਦਰ ਘੰਟਾ ਵੱਢਿਆ, ਅਗੰਮੀ ਬਾਣੀ ਧੁਨ ਉਪਜੀ, ਐਸੀ ਧੁਨ ਸਤਸੰਗ ਜੀ ਜਿਹਨੂੰ ਪਾਤਸ਼ਾਹ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਤਾ।
ਉਹ ਧੁਨ ਸਤਸੰਗ ਦੀ ਗੁਰ ਸ਼ਬਦੀ ਗੋਬਿੰਦ ਗੱਡਿਆ ਅੱਜ ਪਰਮ ਪਿਤਾ ਪਰਮੇਸ਼ਰ ਆਸ਼ੀਰਵਾਦ ਅੰਦਰ ਗੂੰਜਾਂ ਪਾ ਦਿੱਤੀ। ਕਿ ਸਤਸੰਗ ਦੀ ਪਾਤਸ਼ਾਹ ਬਚਨ ਕਰਦੇ ਨੇ, ਕਿਸ ਜਾਤੀ ਕੀ ਪਦ ਅਮਰਿਉ ਰਾਮ ਭਗਤ ਬਸੀ, ਸਵਾਨ ਛਤਰ ਆਜ਼ਾਦ ਸਬਤੀ ਕ੍ਰਿਸ਼ਨ ਲਾਵੈ ਹੀ ਦਲੂਕ ਬਾਪਰਾ ਕਿਆ ਸਰਾ ਹੈ। ਆ ਦੁਨੀਆ ਨੇ ਕਹਿੰਦੀ ਕੀ ਉਪਮਾ ਕਰਨੀ ਆ, ਇਹ ਦੁਨੀਆ ਤਾਂ ਇੱਕ ਦਿਨ ਕਰ ਦੂਜੇ ਦਿਨ ਭੁੱਲ ਜਾਂਦੀ ਆ, ਅੱਖਾਂ ਫੇਰ ਲੈਂਦੀ। ਕਿਉਂਕਿ ਜੌਂ ਕਣਾਵੈ ਭਨਾਵੈ ਜੌਂ ਪਮਾ ਹੋਣ ਗਿਲੇ, ਇਹ ਤਾਂ ਮਤਲਬ ਹੋਵੇ ਤਾਂ ਲਕੀਰਾਂ ਮਤਲਬ ਨਿਕਲ ਗਿਆ ਤਾਂ ਫਿਰ ਤਾਂ ਕਹਿੰਦੇ ਵੀ ਕਿਹੜੀ ਗੱਲ ਆ, ਕੋਈ ਫਿਰ ਟਾਈਮ ਹੀ ਨਹੀਂ ਨਿਕਲ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ, ਕਿਸ ਜਾਤੀ ਕੀ ਪਦ ਅਮਰਿਉ ਰਾਮ ਭਗਤ ਬਸੀ, ਸਵਾਨ ਛਤਰ ਆਜ਼ਾਦ ਸਬਤੀ ਕ੍ਰਿਸ਼ਨ ਲਾਵੈ ਹੀ ਲੋਕ ਬਾਪਰਾ ਕਿਆ ਸਾਰਾ ਹੈ। ਦੁਨੀਆ ਨੇ ਉਹਨਾਂ ਦੀ ਕੀ ਉਪਮਾ ਹੋਈ ਕਰਨੀ ਹੈ। ਤਿੰਨ ਲੋਕ ਪਰਵੀਸ, ਉਹਨਾਂ ਦੀ ਮਹਿਮਾ ਤਾਂ ਤਿੰਨ ਲੋਕ ਕਰਦੇ ਨੇ, ਧਰਤੀ ਆਕਾਸ਼ ਪਤਾਲ, ਤਿੰਨਾਂ ਲੋਕਾਂ ਵਿੱਚ ਉਹਨਾਂ ਦੀ ਮਹਿਮਾ ਹੋਈ। ਆਡਾ ਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੀ ਪਾਸ, ਐਸੀ ਦੁਰਮਤ ਨਿਸਤਰੀ ਤੂੰ ਕਿਉਂ ਨਾ ਧਰੈ ਰਵਿਦਾਸ। ਸਾਹਿਬ ਸਤਿਗੁਰੂ ਦਾਸ ਮਹਾਰਾਜ ਆਪਣੇ ਤੇ ਢੁਕਾ ਕੇ ਬਚਨ ਕਰਦੇ, ਦਿੱਤੋ ਆਤਮਾ ਕਿੱਡੀ ਉੱਚੀ, ਪਾਤਸ਼ਾਹਾਂ ਦੀ ਪਾਤਸ਼ਾਹ ਤੇ ਸਤਸੰਗ ਦੀ ਰਾਜਗੁਰੂਆਂ ਦੀ ਰਾਜਗੁਰੂ ਤੇ ਸਤਸੰਗ ਦੀ ਬ੍ਰਹਮ ਗੁਰੂਆਂ ਦੀ ਬ੍ਰਹਮ ਗੁਰੂ ਦੀ ਪਦਵੀ ਨੂੰ ਪਾਉਣ ਵਾਲੇ ਬਚਨ ਕੀ ਕਹਿੰਦੇ ਨੇ, ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੀ ਪਾਸ। ਅਜਾਮਲ ਪਾਪੀ ਜਗ ਜਾਣੇ, ਪਿੰਗਲਾ ਬੇਸਵਾ, ਲੁਬਤ ਸ਼ਿਕਾਰੀ। ਅਜਾਮਲ ਪਿੰਗਲਾ ਲੁਬਤ ਕੁੰਚਰ ਹਾਥੀ, ਗਏ ਹਰ ਕੀ ਪਾਸ। ਜਿਨ੍ਹਾਂ ਨੂੰ ਪਰਮੇਸ਼ਰ ਨੂੰ ਰਾਜ ਪਰਮੇਸ਼ਰ ਦੀ ਬੰਦਗੀ ਕਰ ਲਈ, ਉਹ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ ਸਤਸੰਗ ਦੀ ਸਤਿਕਾਰ ਤੋਂ। ਐਸੀ ਦੁਰਮਤ ਨਿਸਤਰੀ, ਧੰਨ ਗੁਰੂ ਦਾਸ ਜੀ ਸਾਨੂੰ ਸਮਝਦੇ, ਕਹਿੰਦੇ ਇਹੋ ਜਿਹੇ ਖੋਟੀ ਮੱਤ ਵਾਲੇ ਤਰ ਸਕਦੇ ਆ, ਇਹ ਵੀ ਸਮਝ ਕਮਲਿਆ ਮਨਾ ਚਿੱਤਾ, ਤੂੰ ਕਿਉਂ ਨਹੀਂ ਯਾਦ ਕਰਦਾ, ਤੇਰਾ ਵੀ ਪਾਰ ਉਤਾਰਾ ਹੋ ਜਾਏ। ਗੱਡ ਕੀ ਆਖੂ ਸਭ। ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੀ ਪਾਸ, ਐਸੀ ਦੁਰਮਤ ਨਿਸਤਰੀ ਤੂੰ ਕਿਉਂ ਨਾ ਤਰਹਿ ਰਵਿਦਾਸ। ਭਾਵ ਤੁਸੀਂ ਵੀ ਤਰ ਸਕਦੇ, ਆਪਾਂ ਵੀ ਤਰ ਸਕਦੇ। ਤੇ ਸਤਸੰਗ ਦੀ ਜਦੋਂ ਐਸੀ ਮਹਾਂਪੁਰਸ਼ਾਂ ਦਾ ਜੀਵਨ ਪੜ੍ਹਦੇ ਆ ਨਾ, ਅਜਾਮਲ ਸਤਸੰਗ ਦੀ ਰਾਜ ਗੁਰੂ ਭਾਵ ਰਾਜਿਆਂ ਦੀ ਰਾਜ ਪੰਡਤ ਸੀ, ਜਿਹੜੇ ਨਾ ਰਾਜ ਪੰਡਤ, ਰਾਜੇ ਦਾ ਰਾਜ ਪੁਰੋਹਿਤ ਪੰਡਤ, ਉਹਦਾ ਪੁੱਤਰ ਸੀ ਸਤਸੰਗ ਜੀ। ਸਿਆਣਾ ਬੜਾ ਸੀ, ਗਿਆਨਵਾਨ ਬੜਾ ਸੀ, ਬਚਪਨ ਤੋਂ ਸਤਸੰਗ ਦੀ ਪਤਾ ਹੀ, ਜਿਹੜਾ ਰਾਜੇ ਦਾ ਮੇਨ ਸਤਸੰਗ ਦੀ ਵਿਦਵਾਨ ਪੰਡਤ ਹੋਵੇ ਕਿ ਉਹਨੂੰ ਕਿਹੜੀ ਘਾਟ ਹੈ। ਬੜੇ ਵਿਦਵਾਨ ਅਧਿਆਪਕਾਂ ਕੋਲ ਉਹਨਾਂ ਨੂੰ ਜਦੋਂ ਪੜ੍ਹਨ ਲਾਇਆ ਨਾ, ਉਹਦੀ ਜਦੋਂ ਰੁਚੀ ਦੇਖੀ, ਉਹਦੀ ਆਵਾਜ਼ ਦੇਖੀ, ਕਿਉਂਕਿ ਗੁਰੂ ਜਾਣਦਾ ਏ ਵਿਦਿਆ ਗੁਰੂ, ਇੱਕ ਇੱਕ ਸ਼ਬਦ ਨੂੰ ਐਸੀ ਸੁਰੀਲੀ ਆਵਾਜ਼ ਦੇ ਅੰਦਰ ਪਰੋ ਦਿੰਦਾ ਏ, ਧੁਨ ਤੋਂ ਬੋਲਦਾ ਏ। ਮਨ ਬੜਾ ਖੁਸ਼ ਹੋਇਆ ਕਿ ਐਸੇ ਹੀ ਬੱਚੇ ਨੂੰ ਪੜ੍ਹਾਉਣ ਦਾ ਆਨੰਦ ਆਉਂਦਾ। ਸਤਸੰਗ ਦੀ ਉਹ ਜਿਹੜੀ ਨਗਰੀ, ਜਿਹੜਾ ਵਿਦਿਆ ਗੁਰੂ ਹੈ ਨਾ, ਜਦੋਂ ਬੱਚੇ ਦਾ ਬਚਪਨ ਨਿਕਲਿਆ ਅਤੇ ਸਾਸੀ 10 ਸਾਲ ਦੀ ਆਡਿਓ ਹੋਈ, 10 ਬਾਲਤਨ 20 ਰਵਣ, 10 ਤੋਂ 20 ਸਾਲ ਦੀ ਅਵਸਥਾ ਜਿਹੜੀ ਹੈ ਨਾ, ਉਹ ਜਵਾਨੀ ਦੀ ਹੁੰਦੀ, ਰਵਣ ਅਵਸਥਾ ਹੁੰਦੀ ਹੈ। ਭਾਵ ਮਾਤਾ ਪਿਤਾ ਪੈਸੇ ਦੇਣ, ਖਰਚ ਕੋਈ ਪੁੱਛਣ ਨਾ, ਸੋਹਣੇ ਕੱਪੜੇ ਦੇਣ, ਗੱਡੀ ਸਕੂਟਰ ਹੋਵੇ, ਸੌਣ ਨੂੰ ਵਧੀਆ, ਪ੍ਰਸ਼ਾਦਾ ਛਕਣ ਨੂੰ ਵਧੀਆ ਹੋਵੇ, ਅਤੇ ਪੁੱਛਣ ਕੁਛ ਨਾ ਵੀ ਪੁੱਤ ਤੂੰ ਕਿੱਥੋਂ ਆਇਆ, ਉਹ ਰਵਣ ਅਵਸਥਾ ਹੁੰਦੀ। ਅਤੇ ਜਦੋਂ ਸਮਾਂ ਤੱਕਿਆ ਨਾ, ਵਿਦਿਆ ਗੁਰੂ ਕਹਿੰਦੇ ਬਈ ਅਜਾਮਲ ਤੂੰ ਵਿਦਿਆ ਦੇ ਵਿੱਚ ਸਫਲ ਹੋ ਸਕਦਾ ਏ, ਪਰ ਗੱਲ ਇਹ ਆ ਤੇਰਾ ਮਨ ਚਾਹੁੰਦਾ ਇਹ ਸਫਲਤਾ ਹੋਵੇ, ਉੱਚੀ ਪਦਵੀ 'ਤੇ ਕਿਵੇਂ ਤੇਰਾ ਪਿਤਾ ਰਾਜ ਪੰਡਤ ਹੈ, ਤੂੰ ਵੀ ਉਸ ਪਦਵੀ ਨੂੰ ਪਹੁੰਚੇ। ਹਾਂ ਕਹਿੰਦੇ ਹੈ। ਕਹਿੰਦੇ ਫਿਰ ਗੱਲ ਯਾਦ ਰੱਖੀ, ਗੁਰੂ ਦਿਕਸ਼ਣਾ ਤਾਂ ਜਦੋਂ ਤੈਨੂੰ ਗੁਰ ਸਿੱਖਿਆ ਪੂਰੀ ਹੋ ਜਾਣੀ ਹੈ, ਦੇ ਕੇ ਚਲਿਆ ਜਾਣਾ ਹੈ, ਪਰ ਗੁਰਮੁਖ ਦਿਕਸ਼ਾ ਦੀ, ਗੁਰੂ ਤੇ ਸਿੱਖ ਦੀ ਕੋਈ ਮਰਜ਼ਾਦਾ ਹੁੰਦੀ, ਭਾਵ ਜਿਹੜਾ ਤੇਰੇ ਨਾਲ ਬਚਨ ਕਰਨਾ ਹੈ ਉਹ ਕਮਾਉਣਾ ਹੈ। ਕਹਿੰਦੇ ਠੀਕ ਹੈ ਜੀ। ਅੱਜ ਤੋਂ ਬਾਅਦ ਕਹਿੰਦੇ ਹੁਣ ਤੂੰ ਜਿਹੜਾ ਸ਼ਹਿਰ ਵਿੱਚ ਹੀ ਲੰਘ ਕੇ ਆਉਂਦਾ ਹੈ ਨਾ, ਜਿੱਥੇ ਤੁਹਾਡੀ ਰਹਿਣ ਵਸੀਰਾ ਆਈ, ਸ਼ਹਿਰ ਤੋਂ ਦੂਸਰੇ ਪਾਸੇ, ਤੂੰ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ ਅਤੇ ਬਾਹਰ ਦੀ ਜਾਇਆ ਕਰਨਾ, ਇਹ ਗੱਲ ਪੱਕੀ ਲੜ ਬੰਨ੍ਹ ਲੈਣੀ। ਕਹਿੰਦੇ ਠੀਕ ਹੈ ਜੀ। ਸਾਸੀ ਵਿਦਿਆ ਪੜ੍ਹਦੇ ਗਏ, ਐਸੀ ਵਿਦਵਾਨ
ਜਦੋਂ 20 ਸਾਲ ਦੀ ਅਵਸਥਾ ਹੀ ਵਿਦਿਆ ਦੇ ਵਿੱਚ ਪ੍ਰਵੀਨ ਹੋ ਗਿਆ, ਇੱਕ ਇੱਕ ਸ਼ਬਦ ਜਦੋਂ ਬੋਲਦੇ ਆ ਤੇ ਸਾਸੰਗ ਦੁਨੀਆ ਸ਼ਾਂਤ ਹੋ ਜਾਂਦੀ ਤੇ ਸਾਸੰਗ ਦੀ ਅਵਸਥਾ ਸੋਹਣੀ ਹੋ ਦੁਨੀਆ ਤੇ ਮਾਣ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਐਸਾ ਕੂ ਜਨਮਿਉ ਜਗ ਮਾਹੀ, ਮਾਣ ਪਾਈ ਮਦ ਪਾਵਤ ਨਾਹੀ। ਕਹਿੰਦੇ ਐਸਾ ਕੌਣ ਜੰਮਿਆ ਹੀ, ਕੋਈ ਹੈ ਬਿਰਲੀ, ਹੈ ਨਾ ਬਿਰਲੀ, ਕੋਈ ਬਿਰਲੇ ਹੋਇਆ ਕਰਦੇ ਆ ਜਿਹਨੂੰ ਦੁਨੀਆ ਮਾਣ ਸਤਿਕਾਰ ਦੇਣ ਲੱਗ ਜਾਏ ਤੇ ਕਹਿੰਦੇ ਉਹ ਫੇ ਹਉਮੈ ਵਿੱਚ ਨਾ ਆਉਣ। ਅੱਜ ਮਾਣ ਸਤਿਕਾਰ ਵੱਧ ਗਿਆ, ਦੁਨੀਆ 'ਤੇ ਧੁੰਮਾਂ ਪੈ ਗਈਆਂ ਵੀ ਰਾਜ ਪੰਡਤ ਦਾ ਲੜਕਾ ਜਿਹੜਾ ਅਜਾ ਮਾਲਿਆ ਨਾ ਵੀ ਐਸਾ ਵਿਦਵਾਨ, ਐਸੀ ਅਗੰਮੀ ਬਾਣੀ ਬੋਲਦਾ ਹੀ ਹਿਰਦਿਆਂ ਨੂੰ ਤਪਦਿਆਂ ਨੂੰ ਸ਼ਾਂਤ ਕਰਦਾ। ਅਤੇ ਸਤਸੰਗ ਦੀ ਅੱਜ ਮਨ ਵਿਗੜੇ ਆ। ਕਹਿੰਦੀ ਵਿਦਿਆ ਗੁਰੂ ਕਹਿੰਦੀ ਭਈ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ, ਪਰ ਜਾ ਕੇ ਤਾਂ ਦੇਖ ਲਈਏ। ਸਤਸੰਗ ਦੀ ਗੁਰੂ ਦਾ ਹੁਕਮ, ਪਹਿਲੀ ਗਲਤੀ ਕੀਤੀ ਕਿ ਹੁਕਮ ਤੋਂ ਮੁਨਕਰ ਹੋ ਗਿਆ, ਸ਼ਹਿਰ ਦੇ ਵਿੱਚ ਹੀ ਚੱਲ ਪਿਆ। ਜਦੋਂ ਚੱਲਿਆ ਰਸਤੇ ਦੇ ਅੰਦਰ ਸ਼ਾਮ ਦਾ ਸਮਾਂ ਹੀ ਅਤੇ ਸਤਸੰਗ ਦੀ ਬੇਕਾਰੀ ਰੂਹਾਂ, ਸਤਸੰਗ ਦੀ ਆਪੋ ਆਪਣੇ ਖਿਆਲਾਂ ਦੇ ਅਨੁਸਾਰ ਅੱਧ ਨੰਗੜੀ ਵਸਤਰ, ਜਿਵੇਂ ਅੱਜ ਸਤਸੰਗ ਦੀ ਨਾ ਪਿਤਾ ਦੀ ਲਾਜ, ਨਾ ਭਾਈ ਦੀ ਲਾਜ, ਨਾ ਸਮੇਂ ਦੀ ਲਾਜ। ਅਤੇ ਸਤਸੰਗ ਜਦੋਂ ਲੰਘਿਆ ਇੱਧਰ ਉੱਧਰ ਦਿਖਦਾ ਹੈ, ਜਵਾਨ ਵੜਾਈ ਸੁਨੱਖਾ ਵੜਾਈ, ਵਿਦਵਾਨ ਵੜਾਈ ਦੁਨੀਆ ਜਾਣ। ਇੱਕ ਦਿਨ 2 ਦਿਨ ਅਤੇ ਸਤਸੰਗ ਦੀ ਰਾਤ ਨੂੰ ਨੀਂਦ ਨਾ ਆਉਣੀ। ਅਤੇ ਜਦੋਂ ਜਾ ਕੇ ਵਿਦਿਆ ਗੁਰੂ ਕੋਲ ਸ਼ਬਦ ਵੀ ਇੱਧਰ ਉੱਧਰ ਹੋਣ ਲੱਗ ਪਏ, ਅੱਖਾਂ ਬਿੱਦੂਗਰ ਦੇਖੀਆਂ ਪਈ, ਅਣੀਂਦਾ ਰਿਹਾ ਲੱਗਦਾ। ਕਹਿੰਦੇ ਨਹੀਂ ਜੀ, ਦੂਜਾ ਝੂਠ ਬੋਲ ਦਿੱਤਾ ਕਿ ਨਹੀਂ ਜੀ ਕੋਈ ਗੱਲ ਨਹੀਂ। ਅਤੇ ਸਤਸੰਗ ਦੀ ਸਮਾਂ ਬੀਤਦਾ ਗਿਆ। ਅਤੇ ਇੱਕ ਦਿਨ ਗੁਰੂ ਪੁੱਛਦੇ ਨੇ, ਪੁੱਤਰ ਵੀ ਸੱਚੋ ਸੱਚ ਦੱਸ, ਤੂੰ ਕਿੱਧਰ ਦੀ ਜਾਂਦਾ? ਕਹਿੰਦੇ ਨਹੀਂ ਜੀ ਮੈਂ ਬਾਰ-ਬਾਰ ਹੀ ਜਾਂਦਾ। ਤੀਸਰਾ ਝੂਠ ਬੋਲ। ਇਹ ਸਤਸੰਗ ਉੱਧਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 12 ਦੇ ਅੰਦਰ ਬਚਨ ਆਉਂਦੇ ਨੇ। ਕਹਿੰਦੇ ਨੇ ਅਜਾਮਲ ਪਾਪੀ ਜਾਏ ਇਕੱਲਾ ਵਤਨੀ ਦੇ ਰਹੇ ਆ। ਅਤੇ ਸਤਸੰਗ ਦੀ ਇੱਕ ਔਰਤ ਜਿਹਨੂੰ ਦੁਨੀਆ ਬੇਸਵਾ ਦੀ ਨਜ਼ਰ ਨਾਲ ਤੱਕਦੀ ਹੈ, ਉਹ ਰੋਜ਼ਾਨਾ ਹੀ ਦੇਖਦੀ ਹੈ, ਪਤਾ ਹੀ ਰਾਜ ਪੰਡਤ ਦਾ ਲੜਕਾ ਹੈ। ਅਤੇ ਸਤਸੰਗ ਦੀ ਉਹਨੇ ਆਪਣੀ ਸਤਸੰਗ ਦੀ ਪਿਆਰ ਦੇ ਅੰਦਰ ਉਹਨੂੰ ਮੋਹਿਤ ਕਰ ਲਿਆ ਹੈ। ਅਤੇ ਸਤਸੰਗ ਦੀ ਉਹਦੇ ਮਹਿਲ ਵਿੱਚ ਭਾਵ ਉਹਦੇ ਅੱਡੇ 'ਤੇ ਜਾਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਨਿਕਲ ਦੁਨੀਆ 'ਤੇ ਪਤਾ ਲੱਗਿਆ ਹੀ, ਅਤੇ ਵਿਦਿਆ ਗੁਰੂ ਫਿਰ ਪੁੱਛਦੇ ਨੇ, ਕਹਿੰਦੇ ਨਹੀਂ ਕੋਈ ਗੱਲ ਨਹੀਂ। ਚੌਥੀ ਵਾਰੀ ਝੂਠ ਬੋਲੇ। ਗੁਰੂ ਜਾਣਦਾ ਹੈ। ਅਤੇ ਸਤਸੰਗ ਦੀ ਅਤੇ ਉਹਨਾਂ ਨੇ ਫਿਰ ਉਹਨਾਂ ਦੇ ਪਿਤਾ ਜੀ ਰਾਜਗੁਰੂ ਨੂੰ ਸੱਦਿਆ, ਰਾਜ ਪੰਡਤ ਨੂੰ ਸੱਦਿਆ। ਕਹਿੰਦੇ ਵੀ ਜਾ ਇੱਕ ਗੱਲ ਕਰ, ਜਾਂ ਆਪਣੇ ਲੜਕੇ ਦਾ ਸ਼ਾਦੀ ਕਰਦੇ, ਵਿਆਹ ਕਰਦੇ, ਗੱਜ ਕੇ ਆਖੂ ਸਤਿਨਾਮ। ਉਹਨਾਂ ਨੇ ਵਿਦਿਆ ਗੁਰੂ ਦੀ ਗੱਲ ਮੰਨ ਕੇ ਸ਼ਾਦੀ ਕਰ ਦਿੱਤੀ। ਪਰ ਉਹ ਸੁਆਣੀ ਧੀ ਦੀ ਵੀ ਉਹਨੇ ਕੋਈ ਇੱਜ਼ਤ ਨਾ ਰੱਖੀ, ਉਹ ਚਵਾਰੇ 'ਤੇ ਜਾਣੋਂ ਨਾ ਹਟਿਆ। ਅਤੇ ਸਤਸੰਗ ਦੀ ਰਾਜੇ ਕੋਲ ਵੀ ਗੱਲ ਪਹੁੰਚ ਗਈ। ਅਤੇ ਜਦੋਂ ਵਿਦਿਆ ਗੁਰੂ ਨੂੰ ਪਤਾ ਲੱਗਾ, ਉਹਨੇ ਆਪਣੇ ਵਿਦਿਆਲੇ ਵਿੱਚੋਂ ਕੱਢ ਦਿੱਤਾ, ਕਿਸੇ ਦੀ ਪਰਵਾਹ ਨਾ ਕੀਤੀ। ਅਤੇ ਜਦੋਂ ਰਾਜੇ ਕੋਲ ਗੱਲ ਪਹੁੰਚੀ ਨਾ, ਉਹ ਰਾਜਾ ਪੁੱਛਦਾ ਵੀ ਤੂੰ ਆਪਣੇ ਘਰ ਗ੍ਰਸਥ ਚੰਗਾ ਭੋਗ, ਗਲਤੀਆਂ ਹੋ ਜਾਂਦੀਆਂ ਨੇ, ਤੁਸੀਂ ਗਲਤੀਆਂ ਛੱਡ ਕੇ ਤੋਬਾ ਕਰ ਲਓ। ਕਹਿੰਦੇ ਜੀ ਮੈਂ ਛੱਡ ਨਹੀਂ ਸਕਦਾ। ਕਹਿੰਦੇ ਉਹਦੇ ਨਾਲ ਸ਼ਾਦੀ ਕਰ ਲਾ। ਕਹਿੰਦੇ ਮੈਂ ਘਰ ਲਿਆ ਨਹੀਂ ਸਕਦਾ। ਅਤੇ ਸਾਹਿਬ ਬਾਦਸ਼ਾਹ ਉਸੇ ਵੇਲੇ ਹੁਕਮ ਕਰ ਦਿੱਤਾ, ਕਹਿੰਦੇ ਇਹਦੀ ਜਿੰਨੀ ਜਾਇਦਾਦ ਹੈ ਇਹਦੀ ਬੱਚਿਆਂ ਦੇ ਨਾਂ ਕੀਤੀ ਜਾਵੇ, ਅਤੇ ਇਹਨੂੰ ਸ਼ਹਿਰੋਂ ਬਾਹਰ ਕੱਢ ਦਿਓ, ਦੋਹਾਂ ਨੂੰ ਕੱਢ ਦਿਓ। ਸ਼ਹਿਰੋਂ ਬਾਹਰ ਕੁੱਲੀ ਪਾ ਕੇ ਰਹਿਣ ਲੱਗ ਪਏ। ਸਾਸੀ ਬੁਰੇ ਹਾਲ ਮੌਕੇ ਦਿਹਾੜੇ। ਅਤੇ ਸਾਸੀ ਬਿਰਤੀ ਐਸੀ ਸੀ, ਜੰਗਲ ਵਿੱਚ ਜਾਣਾ, ਜਾਨਵਰ ਮਾਰ ਕੇ ਲਿਆਉਣੇ ਖਾਣੇ। ਬਿਰਤੀ ਕਿਹੋ ਜਿਹੀ ਹੋ ਗਈ ਸਾਸੀ, ਜੋ ਗੁਰਤੀ ਬੇਮੁਖ ਹੋਵੇ ਮੈਨੂੰ ਸਤਿਗੁਰ ਅਤੇ ਬੇਮੁਖ ਬੁਰੇ ਦਸਨ, ਕੰਮ ਹੀ ਬੁਰੇ ਕਰ। ਅਤੇ ਸਤਸੰਗ ਦੀ ਕੀ ਹੋਇਆ ਏ, ਸਮਾਂ ਬੀਤਦਾ ਗਿਆ। ਇੱਕ ਇੱਕ ਕਰਕੇ ਸਤਸੰਗ ਦੀ 7 ਪੁੱਤਰ ਪੈਦਾ ਹੋਏ। 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ ਸਤਸੰਗ। ਇਹ ਸਤਸੰਗ ਦੀ ਇੱਕ ਦਿਨ ਅਚਾਨਕ ਸਾਧੂਆਂ ਦੀ ਮੰਡਲੀ ਆਈ। ਅਤੇ ਸਤਸੰਗ ਸ਼ਾਮ ਦਾ ਸਮਾਂ ਸੀ। 2 ਸਾਧੂ ਇੱਧਰ, 2 ਇੱਧਰ, 2 ਸਾਧੂ ਉੱਧਰ ਨੂੰ ਜਾ ਰਹੇ ਨੇ ਜਿੱਧਰ ਉਹਨਾਂ ਦੀ ਕੁੱਲੀ। ਕਿਸੇ ਨੂੰ ਪੁੱਛਿਆ ਅਸੀਂ ਰਾਤ ਰਹਿਣ ਬਸੇਰਾ ਕਰਨਾ, ਕੋਈ ਦੱਸੋ ਚੰਗੀ ਸਰਾਂ। ਅਤੇ ਸਾਰੀ ਜਿਵੇਂ ਅੱਜ ਵੀ ਦੁਨੀਆ ਕਈ ਵਾਰੀ ਮਖੌਲ ਕਰਦੀ, ਉਹਨਾਂ ਨੇ ਮਖੌਲ ਕੀਤਾ। ਕਹਿੰਦੇ ਇੱਧਰ ਹੈਗੀ ਆ ਸਰਾਂ, ਅਜਾਮਲ ਦੀ ਸਰਾਂ ਆ, ਕਹਿੰਦੇ ਪੰਡਤ ਦੀ ਰਾਜਗੁਰੂ ਦੀ।
ਰਾਜ ਪੰਡਤ ਦਾ ਪੁੱਤਰ ਹੈ, ਉਹਦੀ ਸੁਣਾ ਕਹਿੰਦੇ ਉੱਥੇ ਚਲੇ ਜਾਓ। ਕੀਤੀ ਦੀ ਮਸ਼ਕਰੀ, ਪਰ ਸਾਧੂ ਚਲੇ ਗਏ। ਸਾਧ ਜਦੋਂ ਗਏ ਤੇ ਦੇਖ ਲਿਆ, ਪਤਾ ਲੱਗ ਗਿਆ ਵੀ ਕਿਸੇ ਨੇ ਮਸ਼ਕਰੀ ਕੀਤੀ। ਪਰ ਸਾਧੂ ਕਹਿੰਦੇ ਦੁਰਮਤ ਦੀਖ ਦਿਆਲ ਹੋਏ, ਮਤ ਦੇਖੀ ਭਾਵ ਸਾਧੂ ਬੋਲੇ ਸਹਿ ਸੁਭਾ, ਸਾਧੂ ਕਾ ਬੋਲਿਆ ਬਿਰਥਾ ਨਾ ਜਾ। ਜਦੋਂ ਚਲੇ ਗਏ ਅਲਖ ਜਗਾਈ, ਕਹਿੰਦੇ ਅਸੀਂ ਰਹਿਣ ਬਸੇਰਾ ਕਰਨਾ ਤੇ ਪ੍ਰਸ਼ਾਦਾ ਛਕਣਾ ਰੁੱਖਾ ਮਿੱਸਾ। ਉਨੀ ਦੇਰ ਨੂੰ ਸਾਧ ਸੰਗਤ ਕਹਿੰਦੇ ਅਜਾ ਮਲਬੀ ਆ ਗਿਆ, ਜਾਨਵਰ ਮਰ ਕੇ। ਤੇ ਸਾਧ ਸੰਗਤ ਇਤਿਹਾਸ ਕਹਿੰਦਾ ਹੀ ਜਦੋਂ ਪਰਮੇਸ਼ਰ ਦੀ ਕਹਿੰਦੇ ਬੰਦਗੀ ਕਰੀਏ ਨਾ, ਕਿਸੇ ਨੇ ਪੁੱਛਿਆ ਕਹਿੰਦੇ ਬਾਣੀ ਪੜ੍ਹਦੇ ਹਾਂ ਪਰ ਅਸਰ ਨਹੀਂ ਹੁੰਦਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਕੀਤੇ ਸੀ, ਕਹਿੰਦੇ ਕਦੇ ਜਿਹਦੇ ਵਿੱਚ ਦੁੱਧ ਰੜ ਕੇ ਦਹੀਂ ਰੜ ਕੇ ਘਿਓ ਕੱਢਦੇ ਆ ਨਾ, ਮੱਖਣ ਕੱਢਦੇ ਘੀ ਬਣਾਉਂਦੇ ਆ, ਕਦੀ ਉਹ ਚਾਟੀ ਦੇਖੀ ਆ? ਕਹਿੰਦੇ ਹਾਂ, ਉਹ ਠੰਡੀ ਹੁੰਦੀ। ਤੇ ਧੰਨ ਗੁਰੂ ਕਲਗੀਆਂ ਵਾਲੇ ਕਹਿੰਦੇ ਜਾਂਦੇ ਨੇ ਪਾਤਸ਼ਾਹ ਦੇ ਚਰਨੋਂ ਠੀਕਰੀ ਵਜੀ ਚੱਕੀ, ਤੇ ਕਹਿੰਦੇ ਦੇਖੋ ਕੀ ਆ ਉਹ ਠੀਕਰੀ ਉਸ ਘੜੀ ਦੀ ਸੀ, ਸਾਧ ਸੰਗਤ ਚਾਟੀ ਦੀ ਸੀ, ਕਹਿੰਦੀ ਠੰਡੀ ਆ, ਟੁੱਟ ਕੇ ਮਿੱਟੀ ਵਿੱਚ ਰੁਲ ਕੇ ਵੀ ਇਹਦਾ ਥਿੰਦ ਨਹੀਂ ਗਿਆ, ਇਹਦੀ ਨਿਸ਼ਾਨੀ ਨਹੀਂ ਗਈ, ਭਾਵ ਇਹਦੇ ਅੰਦਰ ਚਕਨਾਹਟ ਨਹੀਂ ਗਈ। ਭਾਵ ਜਿਹੜੇ ਗੁਰੂ ਕੀ ਬਾਣੀ ਭਮਾ ਮਨ ਨਹੀਂ ਜੁੜਦਾ, ਪੜ੍ਹਦੇ ਆ ਗੁਰੂ ਕੀ ਸੰਗਤ ਕਰਦੇ ਆ ਪਰ ਪੂਰਨ ਅਪਣਾਉਂਦੇ ਨਹੀਂ, ਪਰ ਕਹਿੰਦੇ ਅਸਰ ਤਾਂ ਰਹਿੰਦਾ ਹੈ। ਫਿਰ ਵੀ ਰਾਜ ਪੰਡਤ ਦਾ ਪੁੱਤਰ ਸੀ, ਘਰ ਵਾਲੇ ਨੂੰ ਗੱਲਾਂ ਬਾਤਾਂ ਸੁਣਾਉਂਦਾ ਸੀ, ਉਹਨੂੰ ਯਾਦ ਆ ਗਈ, ਕਿਤੇ ਸਾਖੀ ਮਨ 'ਚ ਬਹਿ ਗਈ। ਇਹਨੂੰ ਪਾਤਸ਼ਾਹ ਕਹਿੰਦੇ ਜੇ ਗੁਰ ਕੀ ਇੱਕ ਸਿੱਖ ਸੁਣੀ, ਕਹਿੰਦੀ ਅੱਜ ਅੱਗੇ ਆਪਾਂ ਪਤਾ ਨਹੀਂ ਕਿਹੜਾ ਕੀਤਾ ਪਾਉਂਦੇ ਆ, ਬੜੀਆਂ ਗਲਤੀਆਂ ਹੋਈਆਂ, ਭੁੱਲ ਭੁਲੇਖੇ ਜੇ ਆਪਣੇ ਘਰ ਸਾਧੂ ਆ ਜਾਏ ਤੇ ਅੱਜ ਆਪਾਂ ਸਾਧੂਆਂ ਦਾ ਮਾਸ ਨਹੀਂ ਬਣਾਉਣਾ। ਜਾਂ ਕਹਿੰਦੇ ਇਹਨਾਂ ਨੂੰ ਵੇਚ ਕੇ ਕੋਈ ਪੈਸੇ ਲਿਆ, ਧੇਲੀ ਵੱਟ ਕੇ ਆਪਾਂ ਮਹਾਂਪੁਰਸ਼ਾਂ ਦੀ ਸੇਵਾ ਕਰ ਗਿਆ। ਕਹਿੰਦੇ 4 ਪੈਸੇ ਮਿਲੇ, ਕਹਿੰਦੇ ਛੋਲੇ ਲੈ ਆਇਆ ਭੁੰਨ ਕੇ, ਉਹ ਮਹਾਂਪੁਰਸ਼ਾਂ ਨੂੰ ਸ਼ਿਕਾਇਤ ਦੇ ਆਪ ਛਕ ਲੈ। ਤੇ ਸਾਰੀ ਰਾਤ ਸਤਸੰਗ ਹੁੰਦਾ ਰਿਹਾ। ਤੇ ਮਹਾਂਪੁਰਸ਼ਾਂ ਨੇ ਬਚਨ ਕਰਤਾ, ਕਹਿੰਦੇ ਪੁੱਤਰ ਤੇ ਜਿਵੇਂ ਅੱਜ ਪ੍ਰਸਾਦਾ ਛਕਿਆ ਨਾ, ਅੱਜ ਪ੍ਰਸ਼ਾਦ ਇਵੇਂ ਪ੍ਰਸ਼ਾਦ ਛਕਣਾ, ਅੱਜ ਤੋਂ ਬਾਅਦ ਜੀਵ ਹੱਤਿਆ ਨਹੀਂ ਕਰਨੀ। ਉਹਨੂੰ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕਾ ਸਿੱਖ ਵਿਕਾਰ ਤੇ ਹਟੇ, ਸਤਿਗੁਰ ਸਿੱਖ ਕਾ ਪਰਦਾ ਢੱਕੇ। ਸਤਿਗੁਰੂ ਦਾ ਸਿੱਖ ਵਿਕਾਰਾਂ ਤੋਂ ਹਟ ਜਾਏ ਤੇ ਸਤਿਗੁਰੂ ਪਰਦਾ ਢੱਕ ਲੈਂਦਾ ਹੀ। ਪਤੀਲੀ ਹੋਵੇ ਸਾਧ ਦੀ ਰੱਖੀ ਹੋਵੇ, ਬਰਤਨ ਰੱਖਿਆ ਹੋਵੇ, ਪਾਣੀ ਭਰ ਕੇ ਅੱਗ ਦੇ ਉੱਤੇ ਥੱਲਿਓਂ ਗੈਸ ਫੁੱਲ ਛੱਡਿਆ, ਫਿਰ ਕਹੀਏ ਵੀ ਗਰਮ ਨਾ ਹੋ, ਕਦੇ ਹੋ ਸਕਦਾ ਹੈ। ਪਾਪ ਵੀ ਕਰੀਏ ਤੇ ਸ਼ਾਂਤੀ ਵੀ ਮਿਲ ਜਾਏ, ਕਦੇ ਨਹੀਂ। ਇਸ ਲਈ ਸਾਧ ਸੰਗਤ ਦੀ ਅੱਡ ਤੋਬਾ ਕਰ ਲਈ ਤੇ ਸਾਧ ਸੰਗਤ ਦੀ ਤੇ ਮਹਾਂਪੁਰਸ਼ਾਂ ਨੇ ਬਚਨ ਕਹਿਤਾ, ਮੈਂ ਕਹਿੰਦੇ ਤੇਰੇ ਘਰ ਪਰਮੇਸ਼ਰ ਦੀ ਫਿਰ ਵੀ ਦਇਆ ਹੋਈ, ਕੋਈ ਗੱਲ ਨਹੀਂ। ਇਹ ਮਿੱਟੀ ਦਾ ਪੁਤਲਾ ਭੁੱਲਣਹਾਰ ਹੈ, ਪਰ ਤੇਰੇ 7ਵੇਂ ਪੁੱਤਰ ਦਾ ਨਾਂ ਹੈ ਨਰਾਇਣ। ਅੱਜ ਤੋਂ ਬਾਅਦ ਤਾਂ ਉਹਨੂੰ ਪੁੱਤਰ ਨਹੀਂ ਕਹਿਣਾ ਨਰਾਇਣ ਕਹਿਣਾ। ਤੇ ਜਦੋਂ ਵੀ ਆਵਾਜ਼ ਮਾਰਨੀ ਨਾਰਾਇਣ ਨਾਰਾਇਣ ਕਰਕੇ ਆਵਾਜ਼ ਮਾਰਨੀ। ਤੇ ਸਾਧਨ ਗੱਲ ਚੱਲਦੀ ਗਈ। ਧੰਨ ਸਤਿਗੁਰੂ ਨਾਮਦੇਵ ਜੀ ਬਚਨ ਹਨ, ਅੰਤ ਕਾਲ ਨਾਰਾਇਣ ਸਿਮਰੈ ਨਾਨ ਈ ਤੰਬਰਤਾ ਕੀ ਰਿਧੀ ਵਸੇ। ਤੇ ਨਰ ਮੁਕਤਾ ਉਹ ਜੀਵ ਕਹਿੰਦੀ ਮੁਕਤ ਪਦ ਪਰਮ ਪਦ ਪਰ ਪਰਮੇਸ਼ਰ ਦੀ ਚਰਨਾਂ ਵਿੱਚ ਥਾਂ ਪ੍ਰਾਪਤ ਕਰ ਦਿੰਦੇ, ਮੁਕਤੀ ਪ੍ਰਾਪਤ ਕਰਦੇ। ਤੇ ਕਹਿੰਦੇ ਸਮਾਂ ਆ ਗਿਆ ਅੰਤ। ਸਾਧ ਸੰਗਤ ਜਦੋਂ ਅੰਤ ਸਮਾਂ ਆਇਆ, ਨਾਰਾਇਣ ਉਹੀ ਮਹਾਂਪੁਰਸ਼ਾਂ ਵਾਲੀ ਗੱਲ ਨਾਰਾਇਣ 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 ਕਰਦਾ ਏ। ਤੇ ਜਿਹੜੇ ਜਮਦੂਤ ਸੀ ਉਹ ਦੂਰੇ ਖੜ੍ਹੇ ਹੋ ਗਏ। ਕਹਿੰਦੇ ਪਰਮੇਸ਼ਰ ਦਾ ਨਾਮ ਪਤਾ, ਜਿੱਥੇ ਕਹਿੰਦੇ ਬਈ ਰਾਜੇ ਦਾ ਨਾਂ ਲੈ ਲਵੇ, ਪੁਲਿਸ ਵਾਲੇ ਵੀ ਕਹਿੰਦੇ ਲੰਘ ਜਾ ਭਰਾ, ਤੇਰੀ ਕਮਿਸ਼ਨਰ ਨਾਲ ਗੱਲ ਆ ਤੇ ਕੋਈ ਨਹੀਂ ਲੰਘ ਜਾ, ਤੇਰਾ ਕਾਰਡ ਵੀ ਨਹੀਂ ਦੇਖਣਾ। ਤੇ ਸਾਧ ਸੰਗਤ ਜੀ ਜਦੋਂ ਨਾਰਾਇਣ ਨਾਰਾਇਣ ਕਿਹਾ ਨਾ, ਜਿਹੜੇ ਜਮਦੂਤ ਸੀ ਪਾਸੇ ਹਟ ਗਏ, ਪਰਮੇਸ਼ਰ ਦੇ ਦਰਬਾਰ 'ਚ ਹੀ ਆਏ ਤੇ ਭਗਵਾਨ 'ਤੇ ਲੈ ਗਿਆ ਕੱਢ ਕੇ ਆਖੂ ਸਭ। ਇਸ ਲਈ ਸਾਧ ਸੰਗਤ ਜੀ ਇਹ ਜਿਹੜੀ ਵਿਦਿਆ ਹੈ, ਗਿਆਨ ਹੈ, ਪ੍ਰਭੂ ਭਗਤੀ ਆ। ਤੇ ਸਾਧ ਸੰਗਤ ਜੀ ਕਿ ਵੀ ਸੰਸਾਰ ਦੀ ਵਿਦਿਆ ਉਹਨੂੰ ਪਾਤਸ਼ਾਹ ਕਹਿੰਦੇ ਨੇ ਪੜ੍ਹਿਆ ਬੂਝੈ ਸੁਪਰਵਾਨ। ਪੜ੍ਹਿਆ ਹੋਵੇ ਪਰ ਅਕਲ ਵਾਲਾ ਹੋਵੇ, ਉਹਨੂੰ ਪਾਤਸ਼ਾਹ ਕਹਿੰਦੇ ਨੇ ਅਕਲੀ ਸਾਹਿਬ ਸੀ ਜੀ, ਅਕਲੀ ਕੀਤੇ ਦਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਪਾਈਏ ਮਾਣ। ਪਰਮੇਸ਼ਰ ਹੀ ਸਮਤ ਬਖਸ਼ ਦੇਵੇ। ਨਹੀਂ ਤੇ ਸੰਸਾਰ ਦੇ ਅੰਦਰ ਸਾਧ ਸੰਗਤ ਵੱਡੇ ਵੱਡੇ ਰਿਸ਼ੀ ਮੁਨੀ ਵਿਕਾਰਾਂ ਬਸ ਹੋ ਗਏ, ਜਿਹਨੂੰ ਪਾਤਸ਼ਾਹ ਕਹਿੰਦੇ ਪਲ ਪਲ ਹਰ ਜੀਤੀ ਅੰਤਰ ਪਾਰਿਓ, ਜਤ ਦੇਖੋ ਤਾਂ ਦੁਖੀ ਰਾਸ਼ੀ, ਅਜੋ ਨਾ ਪਤਿਆ ਨਿਗਮ ਪੈ ਸਾਖੀ। ਧਾਰਮ ਗ੍ਰੰਥ ਗਵਾਹੀਆਂ ਭਰਦੇ ਪਏ ਨੇ, ਰੇ ਜੀ ਨਿਲਜ ਲਾਜ ਤੋਏ ਨਾਹੀ, ਹਰ ਤਜ ਕਾਹੂ ਕੇ ਜਾਣ। ਉਸ ਪਰਮੇਸ਼ਰ ਨੂੰ ਛੱਡ ਕੇ ਕਿਉਂ ਤੂੰ ਹੋਰ ਝੂਠਿਆਂ ਥਾਵਾਂ 'ਤੇ ਭੱਜਿਆ ਫਿਰਦਾ। ਇਸ ਲਈ ਸਾਧ ਸੰਗਤ ਜੀ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਤੇ ਸਾਧ ਸੰਗਤ ਧੰਨ ਗੁਰਦਾਸ ਜੀ ਮਹਾਰਾਜ ਬਚਨ ਕਰਦੇ ਨੇ, ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੰਭਾਲ ਸਵੇਰਾ। ਇਹ ਵੇਲਾ ਆ ਮਨੁੱਖਾ ਜਨ ਸੰਭਾਲਣ ਦਾ ਸਮਾਂ ਆ ਕਿ ਪਰਮੇਸ਼ਰ ਨੇ ਵਾਰੀ ਦਿੱਤੀ ਹੈ। ਸਾਧ ਸੰਗਤ ਜੀ ਜਿਵੇਂ ਕਹਿੰਦੇ
ਜਿਵੇਂ ਕੈਦੀਆਂ ਨੂੰ ਸਾਧ ਸੰਗਤ ਦੀ ਕੈਦਖਾਨਾ ਹੁੰਦਾ ਨਾ, ਕੈਦਖਾਨਾ ਜੇਲ੍ਹ ਹੁੰਦੀ ਹੈ। ਪਰਮੇਸ਼ਰ ਨੇ ਵੀ ਕਹਿੰਦੀ ਸੰਸਾਰ ਦੀ ਮਾਇਆ ਰੂਪੀ ਜੇਲ੍ਹ ਰਚੀ ਆ, ਇਹਦੇ 84 ਦਰਵਾਜ਼ੇ ਆ। ਅਤੇ ਸਾਧ ਜਿਵੇਂ ਜੇਲ੍ਹ ਦੇ 84 ਦਰਵਾਜ਼ੇ ਹੁੰਦੇ ਨੇ ਨਾ, ਬਹੁਤ ਦਰਵਾਜ਼ੇ ਹੁੰਦੇ ਨੇ, ਇੱਕ ਦਰਵਾਜ਼ਾ ਖੁੱਲ੍ਹਾ, ਕਹਿੰਦੇ ਪਰਮੇਸ਼ਰ ਕਹਿੰਦੇ ਤੈਨੂੰ ਖੁੱਲ੍ਹੀ ਛੁੱਟੀ ਦਿੰਦੇ ਆ। ਇੱਕ ਦਰਵਾਜ਼ਾ ਖੁੱਲ੍ਹਾ ਹੋਣਾ, ਤੂੰ ਕਹਿੰਦੇ ਲੰਘਦਾ ਤੇ ਲੰਘ ਸਕੀ। ਅਤੇ ਸਾਧ ਸੰਗਤ ਦੀ ਮੇਰੇ ਵਰਗਾ ਸਾਰੀ ਰਾਤ ਚੱਕਰ ਕੱਟਦਾ ਰਿਹਾ, ਅਤੇ ਜਦੋਂ ਖੁੱਲ੍ਹਾ ਦਰਵਾਜ਼ਾ ਆਇਆ ਨਾ, ਉਦੋਂ ਯਾਦ ਆ ਗਈ ਘਰ ਦੀ ਮਹਿਲਾਂ ਦੀ, ਨਿਆਣਿਆਂ ਦੀ, ਸੰਸਾਰ ਦੀ ਵਡਿਆਈ ਦੀ ਯਾਦ ਆ ਗਈ, ਤੂੰ ਦਰਵਾਜ਼ਾ ਲੰਘ ਗਿਆ। ਭਾਵ 84 ਲੱਖ ਜੂਨਾਂ ਦੇ ਵਿੱਚ ਇਹ ਮਨੁੱਖਾ ਜੂਨੀ ਦਰਵਾਜ਼ਾ ਆ। ਸੋ ਦਰ ਤੀਰਾ ਕੀਆ ਸੋ ਦਰ, ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵੇਸ਼ ਕਰਨ ਵਾਸਤੇ ਇਹ ਸਾਨੂੰ ਪਰਮੇਸ਼ਰ ਨੇ ਮੁੱਖ ਅਨੋਖਾ ਜਨਮ ਦੁਆਰ ਦਿੱਤਾ। ਇਸ ਦਰਬਾਰ ਦੀ ਕੀਮਤ ਪਹਿਚਾਣੀਏ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਮਾਂ ਹੀਰਾ ਜਨਮ ਅਮੋਲਕ ਹੈ ਭਾਰੀ, ਬਿਨ ਗਾਹਕ ਮੀਖਾ ਕਾਖਾ, ਰਤਨ ਗਾਹਕ ਗੁਰ ਸਾਧੂ ਦੇਖੂ ਤਬ ਰਤਨ ਬਿਕਨ। ਇਹ ਮਨੁੱਖਾ ਜਨਮ ਦੇ ਗਾਹਕ ਸਤਿਪੁਰਸ਼ ਸਾਧੂ ਜਨ, ਗੁਰੂ ਕੇ ਲਾਲੀਆਂ ਗੁਰਮੁਖ ਗੁਰਸਿੱਖ ਸਾਧ ਸੰਗਤ ਦੀ ਅਸਲ ਵਪਾਰੀ ਨੇ। ਇਹਨਾਂ ਨੇ ਇਹਦੀ ਕੀਮਤ ਜਾਣੀ ਹੈ, ਇੱਕ ਇੱਕ ਸਵਾਸ ਨੂੰ ਹੀਰਿਆਂ ਦੇ ਭਾਅ ਸਫਲ ਕੀਤਾ ਹੈ। ਤਾਂ ਸਾਧ ਸੰਗਤ ਜੀ ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਕਿਰਪਾ ਕਰ ਬਿਸ਼ਪ ਦੀ ਸ਼ਾਂਤੀ ਅਤੇ ਸਾਧ ਸੰਗਤ ਦੀ ਉੱਤਮ ਮਤ ਪ੍ਰਭ ਸੁਆਮੀ ਜੋ ਪ੍ਰੇਰਿਆ ਤੇ ਕਰਨਾ। ਇਹ ਤੂੰ ਰਹਿਮਤ ਕਰਦੇ ਇਹਨਾਂ ਨੂੰ ਪ੍ਰੇਰਣਾ ਦੀ। ਸਾਧ ਸੰਗਤ ਦੀ ਜਿਵੇਂ ਹੁਣ ਪ੍ਰਦੂਸ਼ਣ ਖਤਮ ਹੋ ਗਿਆ, ਇਵੇਂ ਕਿਰਪਾ ਕਰੋ ਗਿਆਨ ਦੀ ਸੈੱਲ, ਗਿਆਨ ਦੀ ਰਹਿਮਤ ਵਿਚਾਰ ਉੱਤਮ ਰਹਿਮਤਾਂ ਦੀ ਹਰ ਜੀਵ ਦੇ ਅੰਦਰ ਪਰਮੇਸ਼ਰ ਤੇਰੀ ਰਹਿਮਤ ਦੇ ਬਚਨ ਆ ਜਾਣ। ਹਰ ਜੀਵ ਮਿੱਠਾ ਬੋਲੇ। ਇਹਨੂੰ ਪਾਤਸ਼ਾਹ ਤੁਸੀਂ ਬਚਨ ਕਰਦੇ ਹੋ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਗੋਰਾ, ਉਹ ਸੰਭਲ ਤੱਕੀ ਦੀ ਕਦੇ ਨਾ ਬੋਲਿਆ ਕਰੋ, ਕਦੀ ਕੌੜਾ ਬੋਲੀਏ ਹੀ ਨਾ। ਕਿਰਪਾ ਕਰ ਸਤਿਗੁਰੂ ਤੂੰ ਮੇਰੇ ਦਾਤ ਰੱਖ। ਸੋ ਸਾਧ ਸੰਗਤ ਦੀ ਹੋਈਆਂ ਭੁੱਲਾਂ ਦੀ ਖਿਮਾ।